गुरु दरबार अंदर जुड़ करके और अपने अपने घरों विच बैठ करके इस पावन स्थान तो सरवण करदियां हो वो चल रही लड़ीवार गुरबाणी विचारां दे नाल सांझ पाइए। विचारां आरंभण तो पहला सतगुरु धन गुरु ग्रंथ साहिब जी कृपा करन, अपना मेहर भरिया हथ सिर ते रखण। सतगुरु जी आप रसना उत्ते वरत के अपनी पावन बाणी अपने शब्द की विचार आप करवा लैन और आप सरबत संगत बख्शो असीस। कोई रसना वांझी ना रहे। दोवें हथ जोड़ अपनियां मन बिरतियां एकाग्र करदियां लवाओ गुरु चरना विच हाजरी। अदब सहित सरबत संगत मिल करके उचारण करो जी। सतनाम श्री वाहे गुरु साहिब जी। एक बार फिर करो रसनावां पवित्र और मिलके आखो जी। सतनाम श्री वाहे गुरु साहिब जी। वाहे गुरु साहिब जी। माज महला तीजा। हो वारी जियो वारी, गुरमुख अमृत पियावणिया। रसना रस जाख सदा रह रंग राती। सहजे हर गुण गावणिया रहा। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन सतगुरु अमरदास साहिब जी की रसना तो उचारण कीते हुए माज राग दे अंदर धन गुरु ग्रंथ साहिब जी के पावन अंग 119 दे उपर सुभाईमान है। सतगुरु जी ने अज इस पावन शब्द दे राही जो सिक्ख्या जो उपदेश सतगुरु जी ने सानू दिता है उहदे राही मालिक पातशाह जी अकाल पुरख परमेश्वर जी के नाम रूपी अमृत की बात करदियां उस अमृत नूं अपनी जिंदगी दे विच अपने जीवन दे विच ग्रहण करन लई कह रहे ने। और वो नाम रूप अमृत एक ऐसी दात है जिस दे सदका जीव अपनी जीवन दे अंदर अपनी जिंदगी दे विच स्थिरता हासिल करदा है, तृप्ति हासिल करदा है। क्योंकि जदों इंसानी जीवन वेखदे हां ते इंसानी जीवन दे अंदर स्थिरता नहीं है, तृप्ति नहीं, सगों लालसावां दा भरिया ये जीवन है। और मनुख सारी जिंदगी लालसावां दे पिछे इच्छावां दे पिछे ही दौड़िया फिरदा सारा जीवन।
ਔਰ ਉਹਨਾਂ ਪਿੱਛੇ ਦੌੜਦਾ ਹੋਇਆ ਆਪਣੀਆਂ ਇੱਛਾਵਾਂ ਨੂੰ, ਆਪਣੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਦੇ ਮਗਰ ਹੀ ਇਨਸਾਨੀ ਜੀਵਨ ਸਾਰਾ ਗੁਜ਼ਾਰ ਦਿੰਦਾ ਹੈ। ਜੋ ਅੱਜ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਉਹਦੇ ਰਾਹੀਂ ਮਾਲਕ ਜੀ ਇਹੀ ਦਾਤ ਸਿੱਖਿਆ ਦੇ ਰਹੇ, ਇਹੀ ਬਾਤ ਸਮਝਾ ਰਹੇ ਨੇ ਕਿ ਮੈਂ ਉਹਨਾਂ ਜੀਵਾਂ ਤੋਂ ਕੁਰਬਾਨ ਜਾਨਾ, ਉਹਨਾਂ ਪੁਰਸ਼ਾਂ ਤੋਂ ਕੁਰਬਾਨ ਜਾਨਾ, ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਨਾ ਆ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਰੂਪੀ ਅੰਮ੍ਰਿਤ ਨੂੰ ਚਖਿਆ ਹੈ, ਜਿਨ੍ਹਾਂ ਨੇ ਰਸ ਮਾਣਿਆ ਔਰ ਆਪਣੀ ਰਸਨਾ ਦੇ ਨਾਲ ਚਖਦਿਆਂ ਹੋਇਆਂ ਕਹਿੰਦੇ ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਹੁਣ ਜ਼ੁਬਾਨ ਕੀ ਹੈ? ਇਹ ਦਿਨ ਰਾਤ ਉਹਦੇ ਰੰਗ ਵਿੱਚ ਰੱਤੀ ਰਹਿੰਦੀ ਹੈ, ਉਹਦੇ ਰੰਗ ਵਿੱਚ ਲੀਨ ਰਹਿੰਦੀ ਹੈ। ਔਰ ਜ਼ੁਬਾਨ ਜਿੱਥੇ ਦਿਨ ਰਾਤ ਉਹਦੇ ਰੰਗ ਵਿੱਚ ਲੀਨ ਰਹਿੰਦੀ ਹੈ, ਕਹਿੰਦੇ ਉੱਥੇ ਜੀਵ ਸਹਿਜ ਸੁਭਾਅ ਹੀ ਅਡੋਲ ਅਵਸਥਾ ਦਾ ਪਾਤਰ ਬਣ ਕੇ ਤੇ ਹਰ ਵਕਤ ਅਕਾਲ ਜੀ ਕੇ ਗੁਣਾਂ ਨੂੰ ਗਾਇਨ ਕਰਦਾ ਹੈ, ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਗਾਉਂਦਾ ਹੈ। ਸਭ ਤੋਂ ਪਹਿਲਾਂ ਕਿਹਾ ਹਉ ਵਾਰੀ ਜੀਓ ਵਾਰੀ, ਕਹਿੰਦੇ ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਚਿੱਤ ਕਰਕੇ ਕੁਰਬਾਨ ਹਾਂ। ਗੁਰਮੁਖ ਅੰਮ੍ਰਿਤ ਪੀ ਆਵਣੇ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਰਾਹੀਂ ਅੰਮ੍ਰਿਤ ਨੂੰ ਚਖਿਆ, ਅੰਮ੍ਰਿਤ ਨੂੰ ਪੀਤਾ, ਤੇ ਜਿਨ੍ਹਾਂ ਦੀ ਰਸਨਾ ਨੇ ਫਿਰ ਰਸ ਚਖਿਆ, ਜੀਭਾ ਨੇ ਰਸ ਚਖਿਆ, ਉਹ ਜੀਭਾ ਫਿਰ ਦਿਨ ਰਾਤ ਉਹਦੇ ਰੰਗ ਦੇ ਵਿੱਚ ਰੱਤੀ ਰਹਿੰਦੀ ਹੈ, ਉਹਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ। ਔਰ ਉਹ ਫਿਰ ਦਿਨ ਰਾਤ ਕੀ ਹੈ? ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਗੁਣਾਂ ਨੂੰ ਹੀ ਗਾਉਂਦੀ ਹੈ। ਸ਼ਾਇਦ ਇਹੋ ਕਾਰਨ ਹੈ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਰਸਨਾ ਨੂੰ ਸੰਬੋਧਨ ਕੀਤਾ ਤੇ ਉਹਨੂੰ ਕਿਹਾ ਵੀ ਭਾਈ ਤੂੰ ਪਿਆਸੀ ਤੇ ਬਹੁਤ ਹੈ, ਤੇ ਆਪਣੀ ਪਿਆਸ ਬੁਝਾਉਣ ਵਾਸਤੇ ਤੂੰ ਯਤਨ ਵੀ ਬਹੁਤ ਕਰਦੀ ਹੈ, ਪਰ ਹੇ ਮੇਰੀ ਜੀਭਾ, ਤੇਰੀ ਪਿਆਸ ਉਹਨਾਂ ਚਿਰ ਨਹੀਂ ਜਾ ਸਕਦੀ ਜਿੰਨਾ ਚਿਰ ਕਿਤੇ ਹਰੀ ਰਸ ਨੂੰ ਤੂੰ ਆਪਣੇ ਰਾਹੀਂ ਚੱਖ ਨਹੀਂ ਲੈਂਦੀ। ਜ਼ੁਬਾਨ ਰਸ ਤੇ ਬਹੁਤ ਚੱਖ ਰਹੀ ਹੈ ਨਾ, ਦਿਨ ਰਾਤ ਕੀ ਕਰਦੀ ਹੈ? ਰਸ ਹੀ ਚੱਖਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹਨੂੰ ਸਬਰ ਨਹੀਂ ਹੈ। ਇਹ ਨਹੀਂ ਵੀ ਇੱਕ ਵਸਤੂ ਦਾ ਰਸ ਚੱਖ ਲਿਆ ਤੇ ਜ਼ੁਬਾਨ ਕਵੇ ਵੀ ਅੱਜ ਤੋਂ ਬਾਅਦ 'ਚ ਆਪਾਂ ਰਸ ਹੋਰ ਨਹੀਂ ਚੱਖਣਾ, ਆਪਣੀ ਤ੍ਰਿਪਤੀ ਹੋ ਗਈ। ਨਹੀਂ, ਸਗੋਂ ਇਹ ਹੋਰ ਅਗਲੇ ਦਿਨ ਨਵੇਂ ਰਸ ਨੂੰ ਚੱਖਣ ਦੀ ਬਾਤ ਕਰਦੀ ਹੈ। ਨਵਾਂ ਦਿਨ ਤੇ ਬੜੀ ਦੂਰ ਦੀ ਗੱਲ ਹੈ, ਅਗਲੇ ਪਲ ਹੀ ਜ਼ੁਬਾਨ ਜਿਹੜੀ ਉਹ ਇੱਕ ਨਵਾਂ ਰਸ ਚੱਖਣ ਦੀ ਲਾਲਸਾ ਰੱਖ ਲੈਂਦੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਰੱਤੀ ਪਈ ਹੈ ਤੂੰ ਤੇ, ਤੇਰੀ ਪਿਆਸ ਨਾ ਜਾਏ। ਪਰ ਮੈਂ ਹੈਰਾਨ ਆ ਵੀ ਦਿਨ ਰਾਤ ਤੂੰ ਰਸ ਮਾਣੀ ਜਾਨੀ ਹੈ, ਰਸ ਚੱਖੀ ਜਾਨੀ ਹੈ, ਪਰ ਤੇਰੀ ਪਿਆਸ ਫਿਰ ਵੀ ਨਹੀਂ ਜਾਂਦੀ। ਕਹਿੰਦੇ ਕਾਰਨ ਸੋਚਿਆ ਕਦੇ? ਤੇ ਜਦੋਂ ਕਾਰਨ ਸੋਚਿਆ ਪਤਾ ਕੀ ਲੱਗਾ? ਪਿਆਸ ਨਾ ਜਾਏ ਉਨਾ ਚਿਰ ਪਿਆਸ ਨਹੀਂ ਜਾਣੀ ਜਿੰਨਾ ਚਿਰ ਹਰੀ ਰਸ ਪੱਲੇ ਨਾਲ ਇਹ ਜ਼ੁਬਾਨ ਇਹ ਰਸਨਾ ਬੰਨ ਨਹੀਂ ਲੈਂਦੀ। ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਫਿਰ ਜਦੋਂ ਹਰ ਰਸ ਮਿਲ ਗਿਆ, ਕਹਿੰਦੇ ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਫਿਰ ਕਦੇ ਰਸ ਦੀ ਤ੍ਰਿਸ਼ਨਾ ਲਾਗੇ ਵੀ ਨਹੀਂ ਆਈ। ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ।
ਕਹੈ ਨਾਨਕ ਹੋਰ ਅਨ ਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਸਾਰੇ ਰਸ ਖਤਮ ਹੋ ਗਏ। ਪਰ ਜਦੋਂ, ਕਿਉਂਕਿ ਜ਼ੁਬਾਨ ਦੋ ਚੀਜ਼ਾਂ ਕਰਦੀ ਹੈ, ਜਿੱਥੇ ਇਹ ਆਪਣੇ ਉੱਤੇ ਰੱਖ ਕੇ ਵਸਤੂ ਦਾ ਰਸ ਚੱਖਦੀ ਹੈ, ਉੱਥੇ ਇਹ ਜ਼ੁਬਾਨ ਬੋਲਦੀ ਵੀ ਹੈ। ਇਹਨੂੰ ਬੋਲਣ ਵਿੱਚ ਵੀ ਰਸ ਮਿਲਦਾ। ਕੱਲਾ ਇਹ ਨਹੀਂ ਵੀ ਇਹ ਚੱਖਣ ਦੇ ਵਿੱਚ ਹੀ ਮਸਤ ਹੋਈ ਫਿਰਦੀ ਹੈ, ਇਹ ਜ਼ੁਬਾਨ ਬੋਲ ਕੇ ਵੀ ਰਸ ਲੈਂਦੀ ਹੈ। ਕਿਤੇ ਕੁਝ ਚੰਗਾ ਬੋਲ ਰਹੇ ਤੇ ਇਨਸਾਨ ਕਹਿੰਦਾ ਵੀ ਅੱਜ ਰਸ ਬਹੁਤ ਆਇਆ, ਅੱਜ ਰਸ ਬਹੁਤ ਆਇਆ। ਤੇ ਜੇ ਕਿਤੇ ਹੁਣ ਆਪਣੀ ਆਪਣੀ ਸੋਚ ਉੱਤੇ ਨਿਰਭਰ ਕਰਦਾ, ਜੇ ਤੇ ਸੋਚ ਚੰਗੀ ਸੀ ਤੇ ਜ਼ੁਬਾਨ ਚੰਗਾ ਬੋਲੇਗੀ ਤੇ ਇਨਸਾਨ ਇਹੀ ਆਖੇਗਾ ਵੀ ਅੱਜ ਰਸ ਆਇਆ ਬੋਲ ਕੇ, ਕਿਉਂਕਿ ਜ਼ੁਬਾਨ ਨੇ ਅੱਜ ਬਹੁਤ ਚੰਗਾ ਬੋਲਿਆ। ਦੂਜੇ ਪਾਸੇ ਸੋਚ ਹੈ, ਜੇ ਮੰਦੀ ਸੋਚ ਹੈ ਤੇ ਫਿਰ ਬੋਲਣਾ ਤੇ ਜ਼ੁਬਾਨ ਨੇ ਸੋਚ ਵਾਲਾ ਹੀ ਹੈ ਨਾ। ਪਿਛਲੇਰੇ ਦੀਵਾਨਾਂ ਵਿੱਚ ਵੀ ਆਪ ਜੀ ਅੱਗੇ ਬੇਨਤੀ ਕੀਤੀ ਸੀ, ਜ਼ੁਬਾਨ ਕੋਲ ਬੋਲਣ ਦੀ ਤਾਕਤ ਹੈ, ਪਰ ਇਹਦੀ ਉਹ ਸਮਰੱਥਾ ਮਨ ਦੇ ਵਸ ਵਿੱਚ ਹੈ, ਸੋਚ ਦੇ ਵਸ ਵਿੱਚ ਹੈ। ਤੇ ਜੇ ਮਨ ਹੀ, ਸੋਚ ਹੀ ਗੰਦੀ ਹੈ, ਭੈੜੀ ਸੋਚ ਹੈ, ਜਾਂ ਇਨਸਾਨ ਗੰਦਲੀ ਸੋਚ ਦਾ ਮਾਲਕ ਹੈ, ਜ਼ੁਬਾਨ ਚੰਗਾ ਕਿਵੇਂ ਬੋਲੇਗੀ? ਤੇ ਜ਼ੁਬਾਨ ਨੇ ਕੀ ਬੋਲਣਾ? ਜੋ ਕੁਝ ਚਿੱਤ ਵਿੱਚ ਹੈ, ਜੋ ਹਿਰਦੇ ਵਿੱਚ ਹੈ, ਉਹ ਕੁਝ। ਹੁਣ ਇੱਕ ਪਾਸੇ ਜ਼ੁਬਾਨ ਚੰਗਾ ਬੋਲ ਕੇ ਰਸ ਲੈ ਰਹੀ ਹੈ, ਤੇ ਦੂਜੇ ਪਾਸੇ ਮਾੜੀ ਸੋਚ ਵਾਲਾ ਕਿਸੇ ਨੂੰ ਅਪ ਸ਼ਬਦਾਵਲੀ ਬੋਲ ਕੇ ਉਹ ਕਹਿੰਦਾ ਅੱਜ ਬੜਾ ਰਸ ਆਇਆ, ਕਿਸੇ ਦਾ ਨਿਰਾਦਰ ਕਰਕੇ ਬੜਾ ਰਸ ਆਇਆ। ਕਿਸੇ ਨੂੰ ਅਪ ਸ਼ਬਦਾਵਲੀ ਬੋਲਣੀ, ਕਿਸੇ ਦਾ ਨਿਰਾਦਰ ਕਰਨਾ, ਕਿਸੇ ਨਾਲ ਦੁਰਵਿਵਹਾਰ ਕਰਨਾ ਜ਼ੁਬਾਨ ਕਰਕੇ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਹ ਇਨਸਾਨ ਰਸ ਮਾਣ ਰਿਹਾ ਜਿਹੜਾ ਭੈੜੀ ਸੋਚ ਦਾ ਮਾਲਕ ਹੈ। ਹੁਣ ਰਸ ਦੋਵਾਂ ਵਿੱਚ, ਇੱਕ ਤੇ 36 ਪ੍ਰਕਾਰ ਦੇ ਪਦਾਰਥਾਂ ਨੂੰ ਚੱਖਿਆ ਜ਼ੁਬਾਨ ਨੇ, ਉਹਨਾਂ ਦਾ ਰਸ ਮਾਣਿਆ। ਇੱਕ ਪਾਸੇ ਇਹੀ ਜ਼ੁਬਾਨ 36 ਪ੍ਰਕਾਰ ਦੇ ਰਸ ਚੱਖਣ ਤੋਂ ਪਰੇ ਹੋ ਕੇ ਜ਼ੁਬਾਨ ਨਾਲ ਬੋਲ ਕੇ, ਆਪਣੇ ਰਾਹੀਂ ਬੋਲ ਕੇ ਫਿਰ ਰਸ ਚੱਖਦੀ ਹੈ। ਹੁਣ ਇਹ ਦੋਵੇਂ ਚੀਜ਼ਾਂ ਹੀ, ਜਿਸ ਦਿਨ ਹਰੀ ਰਸ ਦਾ ਰਸ ਜ਼ੁਬਾਨ ਨੇ ਚੱਖ ਲਿਆ, ਚਾਹੇ ਉਹ ਬੋਲ ਕੇ ਕਹਿ ਲਓ ਤੇ ਭਾਵੇਂ ਉਹਨੂੰ ਗਾਉਂਦਿਆਂ ਹੋਇਆਂ ਉਹਦੇ ਆਨੰਦ ਨੂੰ ਕਹਿ ਲਓ, ਤੇ ਜਦੋਂ ਇਹ ਹਰੀ ਰਸ ਨੂੰ ਚੱਖੇਗੀ, ਸਾਹਿਬ ਕਹਿੰਦੇ ਪਿਆਸ ਇਹਦੀ ਉਦਣ ਹੀ ਜਾਣੀ ਹੈ। ਇਉਂ ਕਹਿ ਲਈਏ, ਜਿੱਦਣ ਜ਼ੁਬਾਨ ਨੂੰ ਰੱਬ ਦੀ ਸ਼ੋਭਾ ਵਿੱਚੋਂ ਰਸ ਆਉਣ ਲੱਗ ਗਿਆ, ਉਦਣ ਜ਼ੁਬਾਨ ਸੰਸਾਰ 'ਚੋਂ ਰਸ ਨਹੀਂ ਮਾਣੇਗੀ। ਜਿਸ ਦਿਨ ਜ਼ੁਬਾਨ ਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਵਿੱਚੋਂ ਰਸ ਆਉਣ ਲੱਗ ਪਿਆ, ਅਕਾਲ ਪੁਰਖ ਪਰਮੇਸ਼ਵਰ ਦੀ ਸ਼ੋਭਾ ਕਰਦਿਆਂ ਜ਼ੁਬਾਨ ਨੂੰ ਰਸ ਆਉਣ ਲੱਗ ਪਿਆ, ਉਸ ਦਿਨ ਇਹ ਸੰਸਾਰ ਦੀ ਨਾ ਤੇ ਝੂਠੀ ਉਸਤਤ ਕਰਕੇ ਰਸ ਚੱਖੇਗੀ, ਨਾ ਸੰਸਾਰ ਦੀ ਨਿੰਦਿਆ ਕਰਕੇ ਰਸ ਚੱਖੇਗੀ। ਉਸ ਦਿਨ ਤੇ ਫਿਰ ਰੱਬੀ ਸ਼ੋਭਾ ਕਰਦਿਆਂ ਹੋਇਆਂ ਜ਼ੁਬਾਨ ਹਰ ਵੇਲੇ ਹਰ ਪਲ ਰੱਬ ਜੀ ਦੇ ਨਾਮ ਰਸ ਦਾ ਆਨੰਦ ਮਾਣੇਗੀ। ਇਸੇ ਬਾਤ ਨੂੰ ਸਤਿਗੁਰੂ ਜੀ ਅੱਜ ਪ੍ਰਗਟਾ ਰਹੇ, ਕਹਿੰਦੇ ਰਸਨਾ ਦੇ ਰਾਹੀਂ ਜਿਨ੍ਹਾਂ ਨੇ ਹਰੀ ਰਸ ਚੱਖਿਆ, ਹਰੀ ਰਸ ਨੂੰ ਚੱਖਣ ਵਾਲੇ ਉਹਦੇ ਰੰਗ ਵਿੱਚ ਰੰਗੇ ਗਏ, ਉਹ ਐਸੇ ਉਹਦੇ ਰੰਗ ਵਿੱਚ ਰੰਗੇ ਗਏ, ਕਹਿੰਦੇ ਸਹਿਜ ਸੁਭਾਅ। ਹੁਣ ਜ਼ੁਬਾਨ, ਹੁਣ ਰਸਨਾ ਜਿਹੜੀ ਹੈ ਨਾ, ਇਹ ਰੱਬੀ ਗੁਣ ਗਾਉਣ ਦੇ ਵਿੱਚ ਮਗਨ ਹੋ ਚੁੱਕੀ ਹੈ। ਮਤਲਬ ਕਹਿ ਲਓ ਅਡੋਲ ਅਵਸਥਾ ਵਿੱਚ ਟਿਕ ਗਈ, ਤੇ ਅਡੋਲ ਅਵਸਥਾ ਵਿੱਚ ਟਿਕੀ ਹੋਈ ਜ਼ੁਬਾਨ ਰੱਬੀ ਗੁਣਾਂ ਨੂੰ ਗਾਉਂਦੀ ਹੈ, ਰੱਬੀ ਵਡਿਆਈ ਕਰਦੀ ਹੈ, ਤੇ ਰੱਬੀ ਵਡਿਆਈ ਕਰਦਿਆਂ ਹੋਇਆਂ ਹਰੀ ਦਾ ਰਸ, ਉਹਦਾ ਆਨੰਦ ਇਹ ਜ਼ੁਬਾਨ ਮਾਣਦੀ ਹੈ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਦਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ।
ਅੰਮ੍ਰਿਤ ਵਰਸੈ ਸਹਿਜ ਸੁਭਾਏ। ਗੁਰਮੁਖ ਵਿਰਲਾ ਕੋਈ ਜਨ ਪਾਏ। ਹੁਣ ਇੱਥੇ ਖਿਆਲ ਕਰੋ, ਵਰਖਾ ਦਾ ਕੰਮ ਹੈ ਆਕਾਸ਼ ਵਿੱਚੋਂ ਰੱਬ ਦੇ ਹੁਕਮ ਰਾਹੀਂ ਵਰਸਣਾ, ਇਹ ਬੱਦਲਾਂ ਦਾ ਕੰਮ ਹੈ। ਮੀਂਹ ਤੇਜ਼ ਪੈਂਦਾ ਰਵੇ ਤੇ ਉਸ ਬਾਰਿਸ਼ ਦੇ ਵਿੱਚ ਵੀ ਇਨਸਾਨ ਬਾਰਿਸ਼ ਵਿੱਚ ਭਿੱਜਣ ਤੋਂ ਸੱਖਣਾ ਰਹਿ ਜਾਏ, ਆਪਾਂ ਕੀ ਕਸੂਰ ਕੱਢਾਂਗੇ, ਕਿਹਦਾ ਦੋਸ਼ ਕੱਢਾਂਗੇ? ਬਾਰਿਸ਼ ਦਾ ਦੋਸ਼ ਕੱਢਾਂਗੇ ਜਾਂ ਇਨਸਾਨ ਦਾ? ਮੀਂਹ ਤੇ ਪੈ ਰਿਹਾ, ਭਿੱਜਣ ਵਾਲੇ ਭਿੱਜ ਰਹੇ ਨੇ, ਉਹਦੇ ਵਿੱਚ ਜਿਨ੍ਹਾਂ ਨੇ ਬਾਰਿਸ਼ ਦਾ ਰਸ ਮਾਣਨਾ, ਬਾਰਿਸ਼ ਦਾ ਰਸ ਮਾਣਨ ਵਾਲੇ ਤੇ ਰਸ ਮਾਣ ਰਹੇ ਨੇ, ਉਹ ਤੇ ਉਹਦੇ ਵਿੱਚ ਭਿੱਜ ਵੀ ਰਹੇ ਨੇ, ਉਹਦੇ ਰਾਹੀਂ ਆਪਣਾ ਜਿਹੜਾ ਕਰਮ ਹੈ ਉਹ ਕਰਮ ਵੀ ਕਰ ਰਹੇ, ਉਹ ਸਾਰੀਆਂ ਚੀਜ਼ਾਂ ਕਰ ਰਹੇ। ਪਰ ਇੱਕ ਇਨਸਾਨ ਹੈ ਜਿਹੜਾ ਬਾਰਿਸ਼ ਵਿੱਚ ਭਿੱਜਿਆ ਨਹੀਂ। ਹੁਣ ਅਸੀਂ ਉਹਦੇ ਵੱਲ ਝਾਤ ਜਾਂ ਤੇ ਉਹ ਬਾਰਿਸ਼ ਵਿੱਚ ਨਿਕਲਿਆ ਨਹੀਂ, ਸੁਭਾਵਿਕ ਜਿਹੀ ਗੱਲ ਹੈ, ਤੇ ਜਾਂ ਉਹ ਬਾਰਿਸ਼ ਵਿੱਚ ਜਦੋਂ ਨਿਕਲਿਆ ਹੈ ਉਹਨੇ ਇੰਤਜ਼ਾਮ ਐਸਾ ਕੀਤਾ ਵੀ ਉਹਦੇ ਉੱਤੇ ਪਾਣੀ ਦੀ ਇੱਕ ਬੂੰਦ ਵੀ ਨਾ ਡਿੱਗੇ, ਕਣੀ ਨਾ ਡਿੱਗੇ, ਤੇ ਦੋਸ਼ ਕਿਹਦੇ ਵਿੱਚ ਮੰਨਾਂਗੇ? ਇਨਸਾਨ ਵਿੱਚ ਹੀ ਹੈ ਨਾ। ਜਾਂ ਤੇ ਉਹ ਰੇਨਕੋਟ ਦੇ ਰਾਹੀਂ ਵਿਚਰ ਰਿਹਾ ਵੀ ਗਿੱਲਾ ਨਾ ਹੋਵਾਂ, ਜਾਂ ਉਹਨੇ ਹੱਥ ਦੇ ਵਿੱਚ ਅੰਬਰੇਲਾ ਛਤਰੀ ਫੜੀ ਹੋਈ ਹੈ ਵੀ ਮੇਰੇ ਉੱਤੇ ਬਾਰਿਸ਼ ਨਾ ਹੋਵੇ, ਜਾਂ ਉਹ ਕਿਸੇ ਇਸ ਤਰੀਕੇ ਦੇ ਨਾਲ ਵਿਚਰ ਰਿਹਾ ਵੀ ਕਿਸੇ ਵੀ ਪ੍ਰਕਾਰ ਪਾਣੀ ਦੀਆਂ ਬੂੰਦਾਂ ਉਹਦੇ ਉੱਤੇ ਨਾ ਡਿੱਗਣ, ਇਸ ਤਰੀਕੇ ਵਿਚਰ ਰਿਹਾ ਉਹ। ਇਹ ਨਹੀਂ ਵੀ ਅਸੀਂ ਹੁਣ ਉੱਠ ਕੇ ਕਹਿ ਦਾਂਗੇ ਜੀ ਲਓ ਜੀ ਬਾਰਿਸ਼ ਦਾ ਦੋਸ਼ ਹੈ, ਮੇਰੇ ਤੇ ਤਾਂ ਮੀਂਹ ਪਿਆ ਹੀ ਨਹੀਂ। ਇਹ ਤੇ ਅਸੀਂ ਕਹਿ ਨਹੀਂ ਸਕਦੇ ਵੀ ਮੇਰੇ ਤੇ ਮੀਂਹ ਨਹੀਂ ਪਿਆ ਜਾਂ ਮੇਰੇ ਲਈ ਮੀਂਹ ਨਹੀਂ ਪਿਆ। ਬਾਰਿਸ਼ ਸਭਨਾਂ ਲਈ ਸਾਂਝੀ ਹੋ ਰਹੀ ਹੈ, ਕੁਦਰਤੀ ਨਿਯਮ ਹੈ, ਸਭਨਾਂ ਲਈ ਸਾਂਝੀ ਹੁੰਦੀ ਹੈ। ਪਰ ਜਿੱਥੇ ਬਾਰਿਸ਼ ਨੂੰ ਬੱਦਲਾਂ ਨੂੰ ਵੇਖ ਕੇ ਮੋਰ ਨਾਚ ਕਰਦਾ, ਬੱਦਲਾਂ ਨੂੰ ਵੇਖ ਕੇ ਹੋਰ ਪੰਛੀ ਜਿਵੇਂ ਨਾਚ ਕਰਦੇ ਨੇ, ਉਸੇ ਤਰ੍ਹਾਂ ਕੁਝ ਜੀਵ ਐਸੇ ਨੇ ਜਿਹੜੇ ਬੱਦਲਾਂ ਨੂੰ ਵੇਖ ਕੇ ਜਿਨ੍ਹਾਂ ਦੇ ਚਿਹਰਿਆਂ ਉੱਤੇ ਉਦਾਸੀ ਆ ਜਾਂਦੀ, ਬਨਸਪਤੀ ਖਿੜ ਜਾਂਦੀ ਹੈ, ਮੌਲ ਉੱਠਦੀ ਹੈ ਬਾਰਿਸ਼ ਦੇ ਰਾਹੀਂ। ਜਿੱਥੇ ਬਾਰਿਸ਼ ਦੇ ਰਾਹੀਂ ਬਨਸਪਤੀ ਮੌਲ ਉੱਠਦੀ ਹੈ, ਖਿੜ ਉੱਠਦੀ ਹੈ, ਉੱਥੇ ਕੁਝ ਬਨਸਪਤੀ ਦੇ ਅੰਗ ਐਸੇ ਨੇ ਜਿਹੜੇ ਬਾਰਿਸ਼ ਪੈਣ ਦੇ ਉੱਤੇ ਸੁੱਕ ਜਾਂਦੇ, ਜਿਨ੍ਹਾਂ ਦੇ ਵਿੱਚ ਜਵਾਹ ਦਾ ਬੂਟਾ ਪ੍ਰਮੁੱਖ ਤੌਰ ਉੱਤੇ ਮੰਨਿਆ ਜਾਂਦਾ ਵੀ ਜਦੋਂ ਬਾਰਿਸ਼ ਦੀਆਂ ਬੂੰਦਾਂ ਪੈਂਦੀਆਂ ਤੇ ਉਹ ਸਾਰੇ ਦਾ ਸਾਰਾ ਸੜ ਜਾਂਦਾ। ਹੁਣ ਕਸੂਰ ਕਿਹਦਾ ਹੈ? ਸਤਿਗੁਰੂ ਜੀ ਆਖਰੇ ਕਹਿੰਦੇ ਅੰਮ੍ਰਿਤ ਵਰਸੈ ਸਹਿਜ ਸੁਭਾਏ। ਅੰਮ੍ਰਿਤ ਵਰਸ ਰਿਹਾ ਹੈ, ਸਹਿਜ ਸੁਭਾ ਲਗਾਤਾਰ ਵਰਸ ਰਿਹਾ। ਪਰ ਇਨਸਾਨ ਹੀ ਐਸਾ ਹੈ ਜਿਹੜਾ ਆਪਣੇ ਮਨ ਰੂਪੀ ਬਰਤਨ ਦੇ ਅੰਦਰ ਉਸ ਕਿਰਪਾ ਦੇ ਮੀਂਹ ਨੂੰ ਹਾਸਲ ਨਹੀਂ ਕਰ ਸਕਿਆ, ਪ੍ਰਾਪਤ ਨਹੀਂ ਕਰ ਸਕਿਆ। ਜਾਂ ਇਉਂ ਕਹਿ ਲਓ ਇਹ ਬਰਤਨ ਤਾਂ ਇਹਦੇ ਕੋਲ ਹੈ ਕਿਉਂਕਿ ਮਨ ਰੂਪੀ ਬਰਤਨ ਐਸਾ ਕੋਈ ਨਹੀਂ ਜਿਹਦੇ ਕੋਲ ਨਾ ਹੋਵੇ। ਮਨ ਰੂਪੀ ਬਰਤਨ ਕੋਈ ਐਸਾ ਇਨਸਾਨ ਨਹੀਂ ਹੈ ਜਿਹਦੇ ਕੋਲ ਉਹ ਮਨ ਰੂਪੀ ਬਰਤਨ ਨਾ ਹੋਵੇ। ਹਰ ਬੰਦਾ ਮਨ ਰੂਪੀ ਬਰਤਨ ਦਾ ਮਾਲਕ ਹੈ, ਹਰ ਇਨਸਾਨ। ਤੇ ਰੱਬ ਜੀ ਦੀ ਵਰਖਾ ਵੀ ਸਭਨਾਂ ਲਈ, ਉਹਦੇ ਨਾਮ ਦੀ ਵਰਖਾ ਵੀ ਸਭਨਾਂ ਲਈ ਹੈ। ਤੇ ਜਿਨ੍ਹਾਂ ਦੇ ਭਾਂਡੇ ਤੇ ਉਹਦੇ ਨਾਲ ਭਰ ਜਾਂਦੇ ਨੇ, ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਤੇ ਜਗਿਆਸਾ ਸੀ, ਉਹਨਾਂ ਨੂੰ ਤੇ ਲਾਲਸਾ ਸੀ ਵੀ ਰੱਬੀ ਵਰਖਾ ਸਾਨੂੰ ਮਿਲੇ ਤੇ ਅਸੀਂ ਆਪਣੇ ਮਨ ਰੂਪੀ ਬਰਤਨ ਉਹਨਾਂ ਦੇ ਭੌ ਵਿੱਚ, ਉਹਨਾਂ ਦੇ ਪਿਆਰ ਵਿੱਚ ਸਵਾਰ ਲਈਏ। ਪਰ ਦੂਜੇ ਪਾਸੇ ਹੈ ਤੇ ਮਨ ਰੂਪੀ ਬਰਤਨ ਹੀ ਹੈ ਨਾ। ਜਿਨ੍ਹਾਂ ਨੇ ਮਨ ਰੂਪੀ ਬਰਤਨ
ਤਿਆਰ ਕਰ ਲਿਆ, ਪਾਤਰ ਤਿਆਰ ਕਰ ਲਿਆ, ਉਹ ਤੇ ਉਹਦੀ ਕਿਰਪਾ ਦੀ ਮੀਂਹ ਦੇ ਪਾਤਰ ਬਣ ਕੇ ਉਹ ਪਾਣੀ ਨੂੰ, ਉਸ ਜਲ ਨੂੰ, ਬਾਰਿਸ਼ ਦੇ ਜਲ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦੇ ਨੇ। ਪਰ ਜਿਨ੍ਹਾਂ ਨੇ ਭਾਂਡਾ ਹੀ ਉਲਟਾ ਕਰ ਦਿੱਤਾ ਹੋਵੇ, ਇੱਕ ਸਤਿਗੁਰੂ ਜੀ ਕਾ ਪਾਵਨ ਬਚਨ ਹੈ, ਮਾਲਕ ਜੀ ਕਹਿੰਦੇ ਜਿਨ੍ਹਾਂ ਭਾਂਡਾ ਭਾਓ ਤਿਨਾਂ ਸਵਾਰ ਸੀ, ਹੁਕਮੀ ਕਰੇ ਪਸਾਓ ਦੁਖ ਵਿਸਾਰ ਸੀ। ਜੇ ਭਾਂਡੇ ਵਿੱਚ ਭਾਓ ਹੀ ਨਾ ਹੋਵੇਗਾ ਤੇ ਸਵਾਰੇ ਕਿਵੇਂ ਜਾਵਾਂਗੇ। ਇਸ ਲਈ ਆਪਣੇ ਹਿਰਦਿਆਂ 'ਚ, ਜਿਵੇਂ ਆਪਾਂ ਮਾਲਕ ਜੀ ਕਾ ਬਚਨ ਪੜ੍ਹਦੇ ਹਾਂ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਹੁਣ ਜੇ ਅਸੀਂ ਉਹਨੂੰ ਭਾਵਾਂਗੇ ਤਾਂ ਹੀ ਅਸੀਂ ਨਿਰਮਲਤਾਈ ਦੇ ਪਾਤਰ ਬਣਾਂਗੇ, ਤੇ ਜੇ ਅਸੀਂ ਉਹਨੂੰ ਭਾਏ ਨਾ, ਉਹਨੂੰ ਚੰਗੇ ਨਾ ਲੱਗੇ, ਤੇ ਮਾਲਕ ਕਹਿੰਦੇ ਭਾਂਡਾ ਅਤ ਮਲੀਨ, ਬੜਾ ਗੰਦਲਾ ਹੈ, ਬੜਾ ਮੈਲਾ ਹੈ, ਧੋਤਾ ਹੱਛਾ ਨਾ ਹੋਏ ਸੀ। ਹੁਣ ਜਿੰਨਾ ਮਰਜ਼ੀ ਧੋਣ ਦਾ ਯਤਨ ਕਰ ਲਈਏ, ਇਹਨੇ ਹੱਛਿਆ ਨਹੀਂ ਹੋਣਾ। ਜਿਵੇਂ ਸਤਿਗੁਰੂ ਜੀ ਕਾ ਪਾਵਨ ਬਚਨ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਹੁਣ ਜਿੰਨਾ ਮਰਜ਼ੀ ਯਤਨ ਕਰ ਲਈਏ, ਕਹਿ ਦਾ ਬਰਤਨ ਇੱਕ ਐਸਾ ਭਾਂਡਾ ਹੈ ਜਿਹੜਾ ਬਾਹਰੋਂ ਤੇ ਲਿਸ਼ਕ ਉੱਠਦਾ ਹੈ, ਉਹ ਬਾਹਰੋਂ ਤੇ ਚਮਕ ਉੱਠਦਾ ਹੈ, ਪਰ ਜਿੰਨੀ ਮਰਜ਼ੀ ਇਨਸਾਨ ਮਿਹਨਤ ਕਰ ਲਏ, ਜਿੰਨੀ ਮਰਜ਼ੀ ਮਸ਼ੱਕਤ ਕਰ ਲਏ, ਉਹਦੇ ਅੰਦਰੋਂ ਕਦੇ ਕਾਲਖ ਨੂੰ ਮੁਕਾ ਨਹੀਂ ਸਕਦਾ। ਜਿੰਨਾ ਮਰਜ਼ੀ ਯਤਨ ਕਰ ਲੈ, ਉਹਨੇ ਉਸੇ ਤਰ੍ਹਾਂ ਹੀ ਰਹਿਣਾ। ਮਾਲਕ ਜੀ ਕਹਿੰਦੇ ਉਜਲ ਕਹਿਹਾਂ ਚਿਲਕਣਾ, ਬੜਾ ਚਿਲਕ ਰਿਹਾ, ਉਹ ਬੜਾ ਚਮਕ ਰਿਹਾ। ਘੋਟਮ ਕਾਲੜੀ ਮਸ, ਪਰ ਅੰਦਰਲੇ ਪਾਸੇ ਕੀ ਹੈ? ਕਾਲੀ ਸਿਆਹੀ। ਧੋਤਿਆਂ ਝੂਠ ਨਾ ਉਤਰੈ। ਹੁਣ ਜਿੰਨਾ ਮਰਜ਼ੀ ਯਤਨ ਕਰ ਲਈਏ, ਧੋਤਿਆਂ ਉਹ ਸਿਆਹੀ ਨੇ ਮੁੱਕਣਾ ਨਹੀਂ, ਉਹ ਕਾਲਕ ਨੇ ਮੁੱਕਣਾ ਨਹੀਂ। ਜੇ ਸੋ ਧੋਵਾਂ ਤੇ ਅਸੀਂ ਭਾਵੇਂ ਸਾਰਾ ਦਿਨ ਲੱਗੇ ਰਹੀਏ। ਤੇ ਜੇ ਮਨ ਰੂਪੀ ਬਰਤਨ ਅਸੀਂ ਆਪਣਾ ਤਿਆਰ ਹੀ ਨਾ ਕੀਤਾ ਹੋਵੇ, ਮਨ ਰੂਪੀ ਭਾਂਡਾ ਹੀ ਅਸੀਂ ਤਿਆਰ ਨਾ ਕੀਤਾ ਹੋਵੇ, ਤੇ ਅਸੀਂ ਕੀ ਹਾਸਲ ਕਰਾਂਗੇ, ਕੀ ਮਿਲ ਜਾਏਗਾ? ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵਰਸੈ, ਅੰਮ੍ਰਿਤ ਵਰ ਰਿਹਾ ਹੈ ਸਹਿਜ ਸੁਭਾ, ਮਤਲਬ ਲਗਾਤਾਰ ਸਹਿਜ ਸੁਭਾ, ਕੁਦਰਤੀ ਤੌਰ ਉੱਤੇ ਅੰਮ੍ਰਿਤ, ਪਰਮੇਸ਼ਵਰ ਜੀ ਦਾ ਨਾਮ ਰੂਪੀ ਕਿਰਪਾ ਰੂਪੀ ਅੰਮ੍ਰਿਤ ਵਰਸ ਰਿਹਾ। ਪਰ ਇਹਨੂੰ ਪਾਉਂਦਾ ਕੌਣ ਹੈ? ਗੁਰਮੁਖ ਵਿਰਲਾ ਕੋਈ ਜਨ ਪਾਏ, ਗੁਰੂ ਵਾਲਾ ਕੋਈ ਵਿਰਲਾ ਹੀ ਹੈ ਜਿਹੜਾ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਕਿਹੜੇ ਨੂੰ? ਰੱਬ ਦੀ ਕਿਰਪਾ ਰੂਪੀ ਵਰਖਾ ਕਹਿ ਲਓ, ਰੱਬ ਜੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਕਹਿ ਲਓ। ਕਿਸੇ ਵੀ ਪ੍ਰਕਾਰ ਹਾਸਲ ਉਹ ਕਰੇਗਾ, ਕਿਰਪਾ ਵੀ ਉਹੀ ਹਾਸਲ ਕਰੇਗਾ ਜਿਹੜਾ ਗੁਰੂ ਦਾ ਵਾਲਾ ਬਣੇਗਾ, ਗੁਰੂ ਦਾ ਕਿਰਪਾ ਦਾ ਪਾਤਰ ਬਣੇਗਾ। ਤੇ ਜੇ ਨਾਮ ਰੂਪੀ ਰਸ ਦੀ ਗੱਲ ਕਰਾਂਗੇ, ਨਾਮ ਰੂਪੀ ਅੰਮ੍ਰਿਤ ਦੀ ਗੱਲ ਕਰਾਂਗੇ, ਉਹ ਵੀ ਉਸੇ ਨੂੰ ਮਿਲੇਗਾ ਜਿਹੜਾ ਗੁਰੂ ਵਾਲਾ ਬਣੇਗਾ। ਤੇ ਜਿਹੜਾ ਗੁਰੂ ਵਾਲਾ ਬਣਿਆ ਹੀ ਨਾ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੱਖਣਾ ਰਹਿ ਜਾਂਦਾ ਹੈ। ਬਸ ਇਉਂ ਕਹਿ ਲਓ, ਉਹਦੇ ਕੋਲ ਖੱਪਰ ਤੇ ਸੀ, ਉਹਦੇ ਕੋਲ ਭਾਂਡਾ ਤੇ ਸੀ, ਪਰ ਉਹਨੇ ਭਾਂਡਾ ਐ ਜਾ ਕੇ ਬਾਰਿਸ਼ ਦੇ ਵਿੱਚ ਮੁੱਦਾ ਮਾਰ ਕੇ ਰੱਖਿਆ, ਤੇ ਮੁੱਦਾ ਵੱਜੇ ਹੋਏ ਭਾਂਡੇ ਅੰਦਰ ਨਾ ਇੱਕ ਵੀ ਬੂੰਦ ਪਾਣੀ ਦੀ ਪਈ। ਤੇ ਜਦੋਂ ਵੇਖਿਆ ਭਾਂਡਾ ਉਸੇ ਤਰ੍ਹਾਂ ਖਾਲੀ। ਬਸ ਇਹ ਹੈ, ਇਨਸਾਨ ਇਸ ਚੀਜ਼ ਨੂੰ ਵਿਚਾਰਨ ਦੀ ਬਜਾਏ ਕਿ ਉਹ ਬੂੰਦਾਂ, ਉਹ ਕਿਰਪਾ ਦੀ ਬਾਰਿਸ਼ ਨਾਲ ਭਾਂਡਾ ਕਿਉਂ ਨਹੀਂ ਭਰਿਆ, ਇਨਸਾਨ ਕਈ ਤਰ੍ਹਾਂ ਦੇ ਦੋਸ਼ ਖੁਦ ਆਪ ਹੀ ਦੂਜਿਆਂ ਉੱਤੇ ਮੜਨ ਲੱਗ ਜਾਂਦਾ ਹੈ ਵੀ ਆਹ ਕਾਰਨ ਨੇ ਬਰਤਨ ਖਾਲੀ ਰਹਿ ਗਿਆ। ਜੋ ਅਸਲ ਰੀਜ਼ਨ ਸੀ, ਬਰਤਨ ਕੋਈ ਦੂਜੇ ਨੇ ਖਾਲੀ ਨਹੀਂ ਰੱਖਿਆ। ਮਨੁੱਖਾ ਤੇਰੀਆਂ ਕੀਤੀਆਂ ਗੁਸਤਾਖੀਆਂ, ਤੇਰੇ ਕੀਤੇ ਹੋਏ ਗੁਨਾਹ, ਤੇਰੇ ਕਮਾਏ ਹੋਏ ਔਗਣ ਹੀ ਤੇਰੇ ਮਨ ਰੂਪੀ ਬਰਤਨ ਨੂੰ ਉਹਦੀ ਕਿਰਪਾ ਤੋਂ ਸਖਣਿਆ ਰੱਖਦੇ ਨੇ, ਕੋਈ ਦੂਜਾ ਨਹੀਂ। ਸਾਡਾ ਮਨ ਹੈ, ਮਨ ਰੂਪੀ ਬਰਤਨ ਆਪਣਾ ਹੈ। ਤੇ ਮਨ ਰੂਪੀ ਬਰਤਨ ਜੇ ਆਪਣਾ ਤਾਂ ਸੁਭਾਵਿਕ ਜਿਹੀ ਗੱਲ ਹੈ। ਜਿਵੇਂ ਸਾਡੇ ਘਰ ਵਿਚਲੇ ਬਰਤਨਾਂ ਅੰਦਰ ਬਾਰਿਸ਼ ਦਾ ਪਾਣੀ ਪਵੇ, ਉਹ ਸਾਡੇ ਤੇ ਨਿਰਭਰ ਕਰਦਾ ਹੈ। ਕੋਈ ਦੂਜਾ ਆ ਕੇ ਸਾਡੇ ਘਰ ਦੇ ਬਰਤਨਾਂ ਵਿੱਚ ਬਾਰਿਸ਼ ਦਾ ਪਾਣੀ ਨਹੀਂ ਭਰ ਸਕਦਾ। ਇਸੇ ਤਰ੍ਹਾਂ ਮਨ ਰੂਪੀ ਬਰਤਨ ਹੈ। ਜੇ ਅਸੀਂ ਮਨ ਰੂਪੀ ਬਰਤਨ ਅੰਦਰ ਅਕਾਲ ਪੁਰਖ ਜੀ ਕੇ ਪ੍ਰੇਮ ਦਾ, ਰੱਬ ਜੀ ਕੀ ਕਿਰਪਾ ਦੀਆਂ ਬਾਰਿਸ਼ ਦੀਆਂ ਬੂੰਦਾਂ ਚਾਹੁੰਦੇ ਹਾਂ, ਤੇ ਸਾਨੂੰ ਆਪ ਤਿਆਰ ਕਰਨਾ ਪਏਗਾ। ਕੋਈ ਦੂਜਾ ਆ ਕੇ ਸਾਡੇ ਮਨ ਉੱਤੇ ਰੱਬ ਦੀ ਰਹਿਮਤ ਨਹੀਂ ਕਰਵਾ ਸਕਦਾ। ਖੈਰ, ਮਾਲਕ ਜੀ ਕਹਿੰਦੇ ਗੁਰੂ ਵਾਲਾ ਕੋਈ ਵਿਰਲਾ ਹੈ ਜਿਹੜਾ ਇਸ ਦਾ ਪਾਤਰ ਬਣਦਾ ਹੈ। ਤੇ ਜਿਹੜਾ ਪਾਤਰ ਬਣ ਜਾਏ, ਜਿਹਨੂੰ ਮਿਲ ਗਿਆ, ਫਿਰ ਅੰਮ੍ਰਿਤ ਪੀ ਉਹ ਛਕਦਾ। ਫਿਰ
ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਸਤਿਗੁਰੂ ਜੀ ਕਾ, ਮਾਲਕ ਜੀ ਕਹਿੰਦੇ ਭਾਂਡਾ ਧੋਏ ਬੈ ਸਤੂਪ ਦੇਵੋ ਤਉ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਏ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਹੁਣ ਇਹ ਸਾਰੀ ਪ੍ਰਕਿਰਿਆ ਹੈ, ਇਹ ਸਾਰੇ ਕਰਮ ਨੇ। ਜੇ ਸਾਡਾ ਚਿੱਤ ਕਰਦਾ ਹੈ ਕਿ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਦਾ ਮੱਖਣ ਚੱਖੀਏ, ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਦਾ ਰਸ ਮਾਣੀਏ, ਤੇ ਸਤਿਗੁਰੂ ਕਹਿੰਦੇ ਇਹ ਸਾਰੀ ਪ੍ਰਕਿਰਿਆ ਕਰਨੀ ਪਏਗੀ। ਕਿਹੜੀ ਕਿਹੜੀ? ਪਹਿਲੋਂ ਭਾਂਡਾ ਧੋਏ, ਬੈ ਸਤੂਪ ਦੇਵੋ, ਫਿਰ ਉਹਨੂੰ ਚੰਗੀ ਤਰ੍ਹਾਂ ਸੁਕਾਉਣਾ, ਤਉ ਦੂਧੈ ਕੋ ਜਾਵੋ, ਫਿਰ ਕਿਤੇ ਰੱਬੀ ਕਿਰਪਾ ਰੂਪੀ ਦੁੱਧ ਕਹਿ ਲਓ। ਦੂਧ ਕਰਮ, ਚੰਗੇ ਕਰਮ, ਫੁਨ ਸੁਰਤ ਸਮਾਇਣ, ਉਹਦੇ 'ਚ ਆਪਣੀ ਸੁਰਤ ਨੂੰ ਟਿਕਾਉਣਾ, ਹੋਏ ਨਿਰਾਸ਼ ਜਮਾਵੋ, ਨਿਰਾਸ਼ ਹੋ ਕੇ ਮਾਲਕ ਕਹਿੰਦੇ ਜਮਾਓ ਨੂੰ। ਫਿਰ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇੱਕ ਨਾਮ ਨੂੰ ਜਪਣਾ ਤੇ ਬਾਕੀ ਸਾਰੇ ਕਰਮ ਨਿਰਾਫਲ ਸਮਝ ਲੈਣੇ, ਜਾਣ ਲੈਣੇ। ਫਿਰ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਸਬਰ ਨਹੀਂ ਹੋਣਾ। ਰਸਨਾ ਨਾਮ ਜਪੋ, ਜ਼ੁਬਾਨ ਕੀ ਕਰੇ? ਜਪੇ ਉਹਨੂੰ। ਤਬ ਮੱਥੀ ਹੈ, ਰਸਨਾ ਨਾਲ ਜਪਣਾ ਮਤਲਬ ਰਿੜਕਣਾ, ਮੰਥਨ ਕਰਨਾ। ਇਨ ਵਿਦ ਅੰਮ੍ਰਿਤ ਪਾਵੋ, ਕਹਿੰਦੇ ਇਸ ਵਿਧੀ ਨਾਲ ਫਿਰ ਅੰਮ੍ਰਿਤ ਮਿਲਦਾ। ਹੁਣ ਜੇ ਆਪਾਂ ਉੱਪਰਲਾ ਪ੍ਰਕਰਨ ਸਾਰਾ ਕਰੀਏ ਨਾ ਦੁੱਧ ਲੈ ਕੇ ਆਈਏ, ਨਾ ਦੁੱਧ ਨੂੰ ਜਾਗ ਲਾਈਏ, ਖੱਟਾ ਲਾਈਏ, ਨਾ ਉਹਦਾ ਦਹੀਂ ਬਣੇ, ਦਹੀਂ ਤੋਂ ਬਾਅਦ ਵਿੱਚ ਨਾ ਉਹਨੂੰ ਰਿੜਕਿਆ ਜਾਵੇ, ਬਸ ਮੈਂ ਘਰੇ ਹੱਥ ਜੋੜ ਕੇ ਬੈਠਾ ਮੈਨੂੰ ਮੱਖਣ ਮਿਲ ਜੇਗਾ। ਚਾਹੇ ਅੱਜ ਇਨਸਾਨ ਇਹ ਕਹੀ ਜਾਵੇ ਜੀ ਕਿਹੜੀ ਲੋੜ ਹੈ, ਮੱਖਣ ਵੀ ਬਣਿਆ ਬਣਾਇਆ ਮਿਲਦਾ। ਮੈਂ ਘਰੇ ਹੱਥ ਜੋੜ ਕੇ ਬੈਠਾ, ਮੈਨੂੰ ਘਰੇ ਬੈਠੇ ਨੂੰ ਮੱਖਣ ਬਣਿਆ ਬਣਾਇਆ ਕਿੱਥੋਂ ਮਿਲ ਜਾਏਗਾ? ਜੇ ਬਣਿਆ ਬਣਾਇਆ ਵੀ ਲੈ ਕੇ ਆਉਣਾ ਹੈ ਤੇ ਉਹਦੇ ਲਈ ਵੀ ਤੇ ਯਤਨ ਕਰਨਾ ਪਏਗਾ ਨਾ, ਉੱਠ ਕੇ ਜਾਣਾ ਪਏਗਾ। ਬੈਠਾ ਮੈਂ ਘਰੇ ਆ, ਹੱਥ ਜੋੜ ਕੇ ਬੈਠਾ, ਤੇ ਹੱਥ ਜੋੜ ਕੇ ਬੈਠਾ ਮੇਰੇ ਘਰੇ, ਨਾ ਤੇ ਮੈਨੂੰ ਮੱਖਣ ਕਿਸੇ ਦੇਣ ਆਉਣਾ, ਕਿਉਂਕਿ ਕਿਸੇ ਨੂੰ ਕੀ ਪਤਾ ਮੈਨੂੰ ਲੋੜ ਹੈ ਕਿ ਨਹੀਂ ਲੋੜ। ਜਿਹੜੀ ਵਸਤੂ ਦੀ ਮੈਨੂੰ ਜ਼ਰੂਰਤ ਹੈ ਉਹ ਮੈਂ ਜਾਣਦਾ, ਤੇ ਉਹਦੀ ਹਾਸਲਤਾ ਵੀ ਆਪਣੀ ਮਰਜ਼ੀ ਨਾਲ ਆਪ ਹੀ ਕਰ ਸਕਦੇ ਆ। ਕਿਸੇ ਨੂੰ ਕੀ ਪਤਾ ਵੀ ਇਹਨੂੰ ਜ਼ਰੂਰਤ ਹੈ ਕਿ ਨਹੀਂ ਹੈ, ਜਾਂ ਦੁਕਾਨ ਵਾਲੇ ਨੇ ਆ ਕੇ ਤੇ ਕਹਿਣਾ ਨਹੀਂ ਵੀ ਸੱਜਣਾ ਲੈ ਤੈਨੂੰ ਮੱਖਣ ਦੀ ਲੋੜ ਹੈ, ਆ ਲੈ ਮੈਂ ਤੈਨੂੰ ਮੱਖਣ ਦੇਣਾ ਹੈ, ਇਦਾਂ ਤਾਂ ਨਹੀਂ ਹੋਣਾ। ਤੇ ਜੇ ਗੁਰੂ ਕੋਲ ਆ ਕੇ ਅਸੀਂ ਗੁਰੂ ਪਾਤਸ਼ਾਹ ਕੋਲੋਂ ਨਾਮ ਰੂਪੀ ਅੰਮ੍ਰਿਤ ਚੱਖਣਾ ਹੈ, ਨਾਮ ਰੂਪੀ ਮੱਖਣ ਲੈਣਾ ਹੈ, ਤੇ ਗੁਰੂ ਨੂੰ ਆ ਕੇ ਕਹਿਣਾ ਹੀ ਪਏਗਾ ਨਾ ਵੀ ਮਾਲਕ ਜੀ ਕਿਰਪਾ ਕਰੋ, ਤਰੁੱਠ ਕੇ ਸਾਡੀ ਝੋਲੀ ਵਿੱਚ ਵੀ ਦਾਤ ਪਾਵੋ। ਬਿਨਾਂ ਮੰਗਿਆ ਕਿੱਦਾਂ ਮਿਲ ਜਾਏਗਾ? ਇਸੇ ਕਰਕੇ ਬਾਪੂ ਜਾਚਕ ਮੰਗਿਆ ਦਾਨ ਦੇ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। ਰੱਬ ਜੀ ਮੈਂ ਤੇ ਤੁਹਾਡੇ ਅੱਗੇ ਰੋਜ਼ ਅਰਦਾਸ ਕਰਦਾ, ਜਾਚਕ ਬਣ ਕੇ, ਤੁਹਾਡੇ ਦਰ ਦਾ ਮੰਗਤਾ ਬਣ ਕੇ ਮੈਂ ਤੁਹਾਡੇ ਕੋਲੋਂ ਦਾਨ ਮੰਗਦਾ, ਕਿਰਪਾ ਕਰਕੇ ਮੇਰੀ ਝੋਲੀ ਵਿੱਚ ਆਪਣਾ ਨਾਮ ਰੂਪੀ ਦਾਨ ਪਾਓ। ਫਿਰ ਅੰਮ੍ਰਿਤ ਪੀ, ਹੁਣ ਅੰਮ੍ਰਿਤ ਪੀ ਲਿਆ, ਸਦਾ ਤ੍ਰਿਪਤਾਸੇ, ਰੱਜ ਆ ਗਿਆ। ਤ੍ਰਿਪਤਾਸੇ ਮਤਲਬ ਰੱਜ ਜਾਣਾ, ਤਰਾਪ ਜਾਣਾ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਹੁਣ ਜਦੋਂ ਰੱਜ ਗਏ, ਪਿਆਸ ਲੱਗੀ ਸੀ, ਪਾਣੀ ਪੀ ਲਿਆ, ਪਿਆਸ ਬੁੱਝ ਗਈ। ਹੁਣ ਲੋੜ ਨਹੀਂ ਹੈ ਨਾ, ਜਦੋਂ ਜਿੰਨਾ ਚਿਰ ਪਿਆਸ ਹੈ ਉਨਾ ਚਿਰ ਪਾਣੀ ਦੀ ਜ਼ਰੂਰਤ ਹੈ। ਪਿਆਸ ਬੁੱਝ ਜਾਏ, ਪਾਣੀ ਭਾਵੇਂ ਕੋਲੇ ਬਾਲਟੀ ਭਰ ਕੇ ਰੱਖੋ, ਨਹੀਂ ਪੀਂਦਾ ਇਨਸਾਨ। ਗੱਲ ਤੇ ਪਿਆਸ ਦੀ ਹੈ। ਇਹਨੂੰ ਸਮਝਾਂਗੇ ਨਾ ਜਦੋਂ, ਇਨਸਾਨ ਅਜੇ ਤੱਕ ਪਿਆਸਾ ਹੀ ਤੁਰਿਆ ਫਿਰਦਾ ਹੈ। ਇਹੋ ਕਾਰਨ ਹੈ ਸੰਸਾਰਕ ਪਦਾਰਥਾਂ ਰੂਪੀ ਬਾਲਟੀਆਂ ਪਾਣੀ ਨਾਲ ਭਰੀ ਫਿਰਦਾ। ਕਦੇ ਇੱਧਰੋਂ ਵੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦਾ, ਕਦੇ ਦੂਜੇ ਪਾਸੇ। ਪਿਆਸ ਬੁਝਦੀ ਨਹੀਂ। ਜਿਵੇਂ ਜੇ ਸੰਸਾਰਕ ਤੌਰ ਤੇ, ਸਰੀਰਕ ਤੌਰ ਤੇ ਪਿਆਸ ਲੱਗੀ ਹੋਵੇ, ਇਨਸਾਨ ਲੱਖਾਂ ਚੀਜ਼ਾਂ ਪੀ ਲਏ, ਜਿੰਨਾ ਕੁਝ ਮਰਜ਼ੀ ਪੀਤੀ ਜਾਏ, ਪਰ ਅਸਲ 'ਚ ਪਿਆਸ ਉਦੋਂ ਹੀ ਬੁੱਝਣੀ ਜਦੋਂ ਪਾਣੀ ਦਾ ਗਲਾਸ ਇਹਦੇ ਮੁੱਖ ਵਿੱਚ ਪਏਗਾ। ਉਦੋਂ ਬਿਨਾਂ ਜੋ ਮਰਜ਼ੀ ਪੀਂਦਾ ਰਹੇ।
ਜਿਹੜੀ ਪਿਆਸ ਪਾਣੀ ਨੇ ਬੁਝਾਉਣੀ ਹੈ ਉਹ ਕੋਈ ਦੂਜਾ ਪਦਾਰਥ ਬੁਝਾ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜੀ ਪਿਆਸ ਬਾਣੀ ਨੇ ਬੁਝਾਉਣੀ ਹੈ, ਜਿਹੜੀ ਪਿਆਸ ਰੱਬੀ ਨਾਮ ਨੇ ਬੁਝਾਉਣੀ ਹੈ, ਜਿਹੜੀ ਲਾਲਸਾ ਰੱਬੀ ਨਾਮ ਨੇ ਪੂਰੀਆਂ ਕਰਨੀ ਹੈ, ਦੂਜੇ ਪਦਾਰਥ ਕਦੇ ਵੀ ਨਹੀਂ ਕਰ ਸਕਦੇ। ਇਹੋ ਕਾਰਨ ਹੈ ਇਨਸਾਨ ਅੱਜ ਤੱਕ ਪਿਆਸਾ ਤੁਰਿਆ ਫਿਰਦਾ। ਸਬਰ ਨਹੀਂ ਹੈ, ਧਰਵਾਸ ਨਹੀਂ, ਧੀਰਜ ਨਹੀਂ, ਪਿਆਸ ਲੱਗੀ ਹੋਈ ਤੇ ਹੁਣ ਪਿਆਸਾ ਫਿਰ ਯਤਨ ਕਰਦਾ ਹੈ। ਕਾਹਦੇ ਲਈ? ਆਪਣੀ ਪਿਆਸ ਬੁਝਾਉਣ ਵਾਸਤੇ। ਅਫਸੋਸ ਜਿੰਨੇ ਯਤਨ ਨੇ ਉਹ ਸਾਰੇ ਦੇ ਸਾਰੇ ਵਿਅਰਥ ਚਲੇ ਜਾਂਦੇ, ਕਿਉਂਕਿ ਇੱਕ ਵੀ ਯਤਨ ਇਸ ਲਈ ਨਹੀਂ ਸੀ ਕਿ ਮੈਨੂੰ ਰੱਬੀ ਰਸ ਮਿਲ ਜਾਏ। ਸਿਰਫ ਸੰਸਾਰਿਕ ਪਦਾਰਥ। ਅੰਮ੍ਰਿਤ ਪੀ, ਜਿਨ੍ਹਾਂ ਨੇ ਅੰਮ੍ਰਿਤ ਚੱਖ ਲਿਆ ਸਦਾ ਤ੍ਰਿਪਤਾਸੇ, ਸਤਿਗੁਰੂ ਕਹਿੰਦੇ ਉਹ ਸਦਾ ਵਾਸਤੇ ਤ੍ਰਿਪਤ ਹੋ ਗਏ, ਰੱਜ ਗਏ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ, ਤੇ ਉਹਨੇ ਐਸੀ ਰਹਿਮਤ ਕੀਤੀ, ਕਹਿੰਦੇ ਕਿਰਪਾ ਕਰਕੇ ਉਹਨੇ ਤ੍ਰਿਸ਼ਨਾ ਬੁਝਾਤੀ। ਤ੍ਰਿਸ਼ਨਾ ਮਤਲਬ ਪਿਆਸ, ਲਾਲਸਾ ਉਹਨੇ ਬੁਝਾਤੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਜਾਂ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨ ਆਈ। ਉਦੋਂ ਹੀ ਪਿਆਸ ਬੁਝਦੀ ਹੈ ਜਦੋਂ ਉਹ ਆਪ ਤਰੁੱਠ ਕੇ ਸਾਡੀ ਲਾਲਸਾ ਨੂੰ, ਸਾਡੀ ਪਿਆਸ ਨੂੰ ਬੁਝਾਉਂਦਾ ਹੈ। ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੁਬਿਧਾ ਮਾਰੇ ਇਕ ਸਿਉ ਲਿਵ ਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸਤਿਗੁਰੂ ਜੀ ਨਾ ਬਾਣੀ 'ਚ ਇੱਕ ਬੜਾ ਪਿਆਰਾ ਜ਼ਿਕਰ ਕਰਦੇ। ਇੱਥੇ ਵੀ ਦੁਬਿਧਾ ਦਾ ਜ਼ਿਕਰ ਕੀਤਾ ਸਤਿਗੁਰੂ ਨੇ। ਦੁਬਿਧਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਮੰਜ਼ਿਲ ਉੱਤੇ ਪਹੁੰਚਣ ਦੇ ਲਈ ਸਭ ਤੋਂ ਵੱਡੀ ਰੁਕਾਵਟ ਹੈ। ਦੁਬਿਧਾ, ਦੁਚਿੱਤਾਪਨ। ਤੇ ਜਿੰਨਾ ਚਿਰ ਅਸੀਂ ਇਹਨੂੰ ਨਹੀਂ ਨਾ ਜਿੱਤਦੇ, ਉਹਨਾਂ ਚਿਰ ਅਸੀਂ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਜਿਵੇਂ ਆਪਣੀ ਮੰਜ਼ਿਲ ਮਿੱਥ ਕੇ ਅਸੀਂ ਇੱਕ ਚੌਰਾਹੇ ਵਿੱਚ ਖੜੇ ਹਾਂ, ਚੌਰਾਹੇ 'ਚ ਖੜੇ ਹਾਂ ਤੇ ਚੌਰਾਹੇ ਵਿੱਚ ਖੜ ਕੇ ਅਸੀਂ ਮੰਜ਼ਿਲ ਮਿੱਥੀ ਹੋਈ ਆ ਵੀ ਫਲਾਣੇ ਪਾਸੇ ਜਾਣਾ, ਤੇ ਅਸੀਂ ਉਸ ਚੌਂਕ ਦੇ ਵਿੱਚੋਂ, ਉਸ ਚੌਰਾਹੇ ਵਿੱਚੋਂ ਉਹ ਸੜਕ ਤੇ ਤੁਰ ਪਵਾਂਗੇ ਜਿਹੜੀ ਸੜਕ ਸਾਡੀ ਮੰਜ਼ਿਲ ਵੱਲ ਜਾ ਰਹੀ ਹੈ। ਤੇ ਜੇ ਅਸੀਂ ਇਹੀ ਨਾ ਮਿੱਥਿਆ ਹੋਵੇ ਵੀ ਜਾਣਾ ਕਿੱਥੇ, ਫਿਰ ਕੀ ਕਰਾਂਗੇ? ਉਸੇ ਚੌਰਾਹੇ 'ਚ ਖੜੇ ਰਹਿ ਜਾਵਾਂਗੇ। ਜੇ ਮੰਜ਼ਿਲ ਮਿੱਥੀ ਹੈ ਤੇ ਸਾਨੂੰ ਰਾਹ ਚੁਣਨਾ ਸੌਖਾ ਹੈ। ਜੇ ਮੰਜ਼ਿਲ ਨਹੀਂ ਮਿੱਥੀ, ਰਸਤਾ ਚੁਣਨਾ ਸਾਡੇ ਲਈ ਮੁਸ਼ਕਿਲ ਬਣ ਜਾਂਦਾ, ਕਿਉਂਕਿ ਦੁਬਿਧਾ ਬਣ ਗਈ, ਦੁਚਿੱਤਾਪਨ ਬਣ ਗਏ। ਬਾਪੂ ਜੀ ਬਾਣੀ 'ਚ ਕਹਿੰਦੇ ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ। ਕਿਹਨੂੰ? ਇਸ ਸ਼ਬਦ ਨੂੰ ਜਦੋਂ ਪੜਾਂਗੇ ਨਾ, 8 ਪਦਿਆਂ ਵਿੱਚ ਗੁਰੂ ਬਾਬਾ ਜੀ ਨੇ ਜ਼ਿਕਰ ਕੀਤਾ, ਸਾਰੇ ਦੇ ਸਾਰੇ ਸ਼ਬਦ ਵਿੱਚ ਮਾਲਕ ਜੀ ਦੁਬਿਧਾ ਨੂੰ ਮਾਰਨ ਦੀ ਗੱਲ ਕਰਦੇ, ਕਿਉਂਕਿ ਰਹਾਉ ਦੀ ਪੰਕਤੀ ਵਿੱਚ ਮਾਲਕ ਜੀ ਦੁਬਿਧਾ ਦਾ ਜ਼ਿਕਰ ਕਰਦੇ। ਬਾਕੀ ਸਾਰੇ ਸ਼ਬਦ ਵਿੱਚ ਇਹੋ ਲਫ਼ਜ਼ ਵਰਤ, ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ, ਜੋ ਇਸ ਮਾਰੈ ਸੋਈ ਜਤੀ, ਜੋ ਇਸ ਮਾਰੈ ਸੋਈ ਤਪੀ। ਮਤਲਬ ਵੱਡੇ ਤੋਂ ਵੱਡਾ ਜਤੀ, ਵੱਡੇ ਤੋਂ ਵੱਡਾ ਤਪੀ, ਵੱਡੇ ਤੋਂ ਵੱਡਾ ਸੂਰਮਾ, ਵੱਡੇ ਤੋਂ ਵੱਡਾ ਸੰਪੂਰਨਤਾ ਵਾਲੇ ਉਹੀ ਹੈ ਜਿਨੇ ਇਹਨੂੰ ਮਾਰ ਲਿਆ। ਕਿਹਨੂੰ? ਦੁਬਿਧਾ ਨੂੰ। ਹਰ ਰਸਤੇ ਵਿੱਚ, ਹਰ ਕਰਮ ਦੇ ਉੱਤੇ ਇਹ ਦੁਬਿਧਾ ਰੁਕਾਵਟ ਹੈ, ਦੁਚਿੱਤਾਪਨ ਰੁਕਾਵਟ ਹੈ। ਇਹਨੂੰ ਮਾਰਨਾ ਲਾਜ਼ਮੀ ਹੈ। ਜਿੰਨਾ ਚਿਰ ਇਹ ਨਹੀਂ ਮਰਦੀ ਨਾ ਮੰਜ਼ਿਲ ਮਿਲੇਗੀ, ਜਿੰਨਾ ਚਿਰ ਇਹ ਨਹੀਂ ਮਰਦੀ ਨਾ ਅਸੀਂ ਫੈਸਲਾ ਲੈ ਸਕਦੇ ਹਾਂ, ਜਿੰਨਾ ਚਿਰ ਇਹ ਨਹੀਂ ਮਰਦੀ ਉਹਨਾਂ ਚਿਰ ਅਸੀਂ ਕੋਈ ਮੁਕਾਮ ਤੇ ਪਹੁੰਚ ਵੀ ਨਹੀਂ। ਜਿਹੜਾ ਬੰਦਾ ਫਾਸੀ ਦੁਚਿੱਤੇਪਨ ਵਿੱਚ ਗਿਆ, ਆ ਕਰਾਂ ਕਿ ਨਾ ਕਰਾਂ, ਹੁਣ ਉਹਨੂੰ ਡਿਸੀਜ਼ਨ ਤੇ ਲੈਣਾ ਪਏਗਾ ਨਾ, ਕੋਈ ਨਾ ਕੋਈ ਉਹਨੂੰ ਫੈਸਲਾ ਤੇ ਲੈਣਾ ਪਏਗਾ। ਤੇ ਜੇ ਉਹ ਫੈਸਲਾ ਲੈ ਹੀ ਨਾ ਸਕਿਆ, ਕੁਝ ਵੀ ਨਹੀਂ ਬਣਨਾ। ਨਾ ਇਨਕਾਰ ਕਰ ਸਕਦਾ, ਨਾ ਹਾਮੀ ਭਰ ਸਕਦਾ। ਦੇਖੋ ਕੋਈ ਵੀ ਚੀਜ਼ ਆਪਾਂ ਕਿਸੇ ਨੂੰ ਕੋਈ ਫੈਸਲਾ ਲੈਣ ਵਾਸਤੇ ਕਹਿੰਦੇ, ਅਗਲਾ ਬੜੇ ਸੁਚੱਜੇ ਜਿਹੇ ਢੰਗ ਨਾਲ ਸਾਨੂੰ ਕਹਿੰਦਾ ਵੀ ਮੈਂ ਸੋਚ ਕੇ ਦੱਸਾਂਗਾ।
ਉਹ ਸੋਚ ਕੇ ਦੱਸਣ ਤੋਂ ਭਾਵ ਜਿਹੜਾ ਨਾ ਉਸ ਵਕਤ ਉਹ ਦੁਬਿਧਾ ਦੁਚਿੱਤਾਪਨ ਵੀ ਮੈਨੂੰ ਨਹੀਂ ਪਤਾ ਵੀ ਹਾਮੀ ਭਰਨੀ, ਹਾਂ ਵਿੱਚ ਹਾਮੀ ਭਰਨੀ ਚਾਹੀਦੀ ਹੈ ਜਾਂ ਮੈਨੂੰ ਨਾ ਵਿੱਚ ਹਾਮੀ ਭਰਨੀ ਚਾਹੀਦੀ, ਵੀ ਮੈਂ ਦੱਸ ਨਹੀਂ ਸਕਦਾ, ਮੈਂ ਸੋਚ ਕੇ ਦੱਸਾਂਗਾ। ਫਿਰ ਉਹ ਕੁਝ ਸਮਾਂ ਲੈਂਦਾ, ਕੁਝ ਵੇਲਾ ਲੈਂਦਾ ਹੈ, ਕੁਝ ਵੇਲਾ ਲੈ ਕੇ ਉਹ ਸਾਰੀ ਸੋਚ ਵਿਚਾਰ ਕਰਦਾ। ਆਪਾਂ ਆਪਣੀਆਂ ਹੀ ਗੱਲ ਕਰ ਲਈਏ, ਕੋਈ ਸਾਨੂੰ ਮੰਨ ਲਓ ਅਸੀਂ ਕੋਈ ਜ਼ਮੀਨ ਖਰੀਦੀ ਹੈ, ਅਸੀਂ ਉਸ ਜ਼ਮੀਨ ਨੂੰ ਵੇਚਣ ਵਾਸਤੇ ਬਾਤ ਕੀਤੀ। ਹੁਣ ਇੱਕ ਇਨਸਾਨ ਆਇਆ ਸਾਨੂੰ ਕਹਿੰਦਾ ਵੀ ਜ਼ਮੀਨ ਵੇਚਣੀ ਹੈ, ਅਸੀਂ ਉਹਨੂੰ ਕਿਹਾ ਵੀ ਸੋਚ ਕੇ ਦੱਸਾਂਗੇ। ਹੁਣ ਪਹਿਲੋਂ ਅਸੀਂ ਘਰ ਜਾ ਕੇ ਵਿਚਾਰ ਕਰਾਂਗੇ, ਆਪਣੇ ਮਨ ਨਾਲ ਵਿਚਾਰ ਕਰਾਂਗੇ, ਵਿਚਾਰ ਕਰਕੇ ਸੋਚਾਂਗੇ ਵੀ ਮੈਂ ਵੇਚਦਾ ਤੇ ਮੈਨੂੰ ਆਹ ਨੁਕਸਾਨ ਹੈ, ਜੇ ਮੈਂ ਵੇਚਦਾ ਹਾਂ ਤੇ ਮੈਨੂੰ ਆਹ ਲਾਭ ਹੈ। ਫਿਰ ਅਸੀਂ ਆਪ ਆਪਣੇ ਮਨ ਨਾਲ ਵਿਚਾਰ ਕਰਕੇ ਨਤੀਜਾ ਕੱਢਾਂਗੇ ਤੇ ਜਿਹੜਾ ਨਤੀਜਾ ਆਏਗਾ ਅਸੀਂ ਉਸ ਹਿਸਾਬ ਨਾਲ ਉਹਨੂੰ ਜਵਾਬ ਦੇਵਾਂਗੇ ਵੀ ਸੱਜਣਾ ਮੈਂ ਵੇਚਣਾ ਹੈ ਜਾਂ ਨਹੀਂ ਵੇਚਣਾ। ਤੇ ਜੇ ਦੁਬਿਧਾ ਵਿੱਚ ਹੀ ਰਹਿ ਜਾਈਏ ਕੀ ਫੈਸਲਾ ਦੇਵਾਂਗੇ? ਕੋਈ ਵੀ ਨਹੀਂ। ਬਾਪੂ ਜੀ ਨੇ ਇਸੇ ਤਰ੍ਹਾਂ ਅੱਜ ਸਮਝਾਇਆ। ਸਤਿਗੁਰੂ ਜੀ ਕਹਿੰਦੇ ਕਿ ਇਨਸਾਨ ਜਿਹੜਾ ਨਾ ਗੁਰਪ੍ਰਸਾਦੀ ਸਹਿਜ ਕੋ ਪਾਏ, ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਸਹਿਜ ਹਾਸਲ ਕਰਦਾ, ਸਹਿਜ ਪਾਉਂਦਾ ਹੈ। ਤੇ ਸਹਿਜ ਜਿਹਨੂੰ ਮਿਲਦਾ ਨਾ ਉਹ ਕਿਹਨੂੰ ਮਿਲਦਾ? ਦੁਬਿਧਾ ਮਾਰੇ ਇੱਕ ਸਿਉ ਲਿਵ ਲਾਏ, ਜਿਹੜਾ ਦੁਬਿਧਾ ਮਾਰ ਕੇ ਇੱਕ ਨਾਲ ਲਿਵ ਲਾ ਲੈਂਦਾ। ਹੁਣ ਇੱਥੇ ਦੁਬਿਧਾ ਕਾਹਦੀ ਹੈ? ਵੀ ਮੈਂ ਸੰਸਾਰਕ ਪਦਾਰਥਾਂ ਵਾਲੇ ਪਾਸੇ ਜੁੜਾਂ ਕਿ ਰੱਬ ਵਾਲੇ ਪਾਸੇ ਜੁੜਾਂ। ਹੁਣ ਇਹ ਦੁਬਿਧਾ ਹੈ। ਬੰਦਾ ਫਿਰ ਸੋਚਦਾ ਵੀ ਰੱਬ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਤੇ ਸੰਸਾਰਕ ਪਦਾਰਥਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਦੋਵੇਂ ਚੀਜ਼ਾਂ ਹੀ। ਹੁਣ ਇਹਨਾਂ ਦੋਵਾਂ ਵਿੱਚ ਫਸਿਆਂ ਸਾਰੀ ਜ਼ਿੰਦਗੀ ਫੈਸਲਾ ਹੀ ਨਹੀਂ ਲੈ ਸਕਿਆ, ਨਾ ਤੇ ਸੰਸਾਰਕ ਪਦਾਰਥਾਂ ਵਾਲੇ ਪਾਸੇ ਚੰਗੀ ਤਰ੍ਹਾਂ ਹੋ ਸਕਿਆ ਤੇ ਨਾ ਹੀ ਰੱਬ ਵਾਲੇ ਪਾਸੇ। ਕਿਉਂਕਿ ਜੇ ਰੱਬ ਵਾਲੇ ਪਾਸੇ ਹੁੰਦਾ ਸੀ ਤੇ ਸੰਸਾਰਕ ਪਦਾਰਥ ਛੁੱਟਦੇ ਨੇ, ਤੇ ਜੇ ਸੰਸਾਰਕ ਪਦਾਰਥਾਂ ਵਾਲੇ ਪਾਸੇ ਹੁੰਦਾ ਤੇ ਰੱਬ ਛੁੱਟਦਾ ਹੈ, ਪਰਮੇਸ਼ਵਰ ਛੁੱਟਦਾ ਹੈ। ਹੁਣ ਦੋਵੇਂ ਚੀਜ਼ਾਂ ਹੀ ਰੱਖਣੀਆਂ ਚਾਹੁੰਦਾ, ਰੱਬ ਵੀ ਰੱਖਣਾ ਚਾਹੁੰਦਾ ਹੈ ਤੇ ਸੰਸਾਰਕ ਪਦਾਰਥ ਵੀ ਰੱਖਣਾ ਚਾਹੁੰਦਾ, ਪਰ ਰੱਖਣੀ ਇੱਕੋ ਚੀਜ਼ ਪੈਣੀ। ਜਾਂ ਤੇ ਮਨ ਵਿੱਚ ਰੱਬ ਜੀ ਦੀ ਚਿੰਤਨ, ਰੱਬ ਜੀ ਦੀ ਯਾਦ ਟਿਕੇਗੀ, ਤੇ ਜਾਂ ਮਨ ਜਿਹੜਾ ਉਹ ਮਾਇਕ ਪਦਾਰਥਾਂ ਵਿੱਚ ਗਲਤਾਨ ਹੋਏਗਾ। ਇਸ ਦੁਬਿਧਾ ਨੂੰ ਮਾਰਨਾ ਪਏਗਾ। ਜਿੰਨਾ ਚਿਰ ਦੁਬਿਧਾ ਮਰਦੀ ਨਹੀਂ, ਅਸੀਂ ਵਿਵੇਕਤਾ ਦੇ ਮਾਲਕ ਬਣ ਕੇ, ਵਿਵੇਕੀ ਬਣ ਕੇ ਅਸੀਂ ਫੈਸਲਾ ਨਹੀਂ ਕਰ ਲੈਂਦੇ, ਉਹਨਾਂ ਚਿਰ ਸਾਨੂੰ ਅਸੀਂ ਜੀਵਨ ਵਿੱਚ ਕੋਈ ਫੈਸਲਾ ਨਹੀਂ ਲੈ ਸਕਦੇ। ਦੁਬਿਧਾ ਨੂੰ ਮਾਰ ਕੇ, ਕਹਿੰਦੇ ਦੁਬਿਧਾ ਮਾਰੇ ਜਿਹੜਾ ਆਪਣੀ ਦੁਬਿਧਾ ਮਾਰ ਕੇ ਇੱਕ ਸਿਉ ਲਿਵ ਲਾਏ, ਇੱਕ ਨਾਲ ਆਪਣੀ ਸੁਰਤ ਜੋੜ ਲੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਦੁਬਿਧਾ ਤੇ ਇੱਕ ਵਿਵੇਕਤਾ। ਦੁਬਿਧਾ ਮਤਲਬ ਦੁਚਿੱਤੇਪਨ ਵਿੱਚ ਫਸ ਜਾਣਾ, ਵਿਵੇਕਤਾ ਉਸ ਦੁਚਿੱਤੇਪਨ ਵਿੱਚੋਂ ਨਿਕਲ ਜਾਣਾ। ਦੁਬਿਧਾ ਸੀ ਕੰਮ ਕਰਾਂ ਨਾ ਕਰਾਂ, ਵਿਵੇਕਤਾ ਜਿਹੜੀ ਹੈ ਉਹਨੇ ਇੱਥੋਂ ਤੱਕ ਲੈ ਆਂਦਾ ਕੰਮ ਚੰਗਾ ਹੈ ਕਿ ਮੰਦਾ ਹੈ, ਪਹਿਲੋਂ ਇਸ ਗੱਲ ਦੀ ਵਿਚਾਰ, ਫਿਰ ਚੰਗੇ ਪਾਸੇ ਤੁਰ ਪੈਣਾ। ਉਹਨੂੰ ਕਹਿੰਦੇ ਵਿਵੇਕੀ, ਵਿਵੇਕਤਾ ਦਾ ਪਾਤਰ। ਚੰਗਾ ਤੇ ਮੰਦਾ ਹੈ ਕਿ ਨਹੀਂ ਇਹ ਹਰ ਇਨਸਾਨ ਜਾਣਦਾ ਹੈ, ਤੇ ਪਰ ਚੰਗਾ ਮੰਦਾ ਜਾਣਨ ਤੋਂ ਬਾਅਦ ਵਿੱਚ ਵੀ ਮੰਦਾ ਕਰਨ ਲੱਗ ਜਾਏ, ਅਸੀਂ ਉਹਨੂੰ ਵਿਵੇਕੀ ਨਹੀਂ ਕਹਿ ਸਕਦੇ, ਅਸੀਂ ਉਹਨੂੰ ਵਿਵੇਕਤਾ ਦਾ ਪਾਤਰ ਨਹੀਂ ਕਹਿ ਸਕਦੇ, ਉਹ ਮੂਰਖਤਾਈ ਦਾ ਪਾਤਰ ਹੈ। ਤੇ ਜਿਹੜਾ ਚੰਗੇ ਔਰ ਮੰਦੇ ਦੀ ਪਹਿਚਾਨ ਕਰਦਾ, ਚੰਗਾ ਕਰਮ ਕਰਨ ਲੱਗ ਜਾਏ, ਉਹਨੂੰ ਕਿਹਾ ਜਾਂਦਾ ਵਿਵੇਕੀ, ਵਿਵੇਕਤਾ ਦਾ ਪਾਤਰ। ਤੇ ਸਾਹਿਬ ਕਹਿੰਦੇ ਜਿਨਨੇ ਦੁਬਿਧਾ ਮਾਰੀ, ਆਪਣਾ ਆਪਾ ਵਿਵੇਕਤਾ ਦੇ ਸਦਕਾ ਇੱਕ ਨਾਲ ਜੋੜ ਲਿਆ, ਭਾਵ ਰੱਬ ਜੀ ਨਾਲ ਸੰਬੰਧ ਬਣਾ ਲਿਆ। ਨਦਰ ਕਰੇ ਤਾਂ ਹਰ ਗੁਣ ਗਾਵੇ। ਹੁਣ ਉਹ ਜਦੋਂ ਪਰਮੇਸ਼ਵਰ ਕਿਰਪਾ ਦੀ ਨਦਰ ਕਰਦੇ ਨੇ ਤੇ ਜੀਵ ਰੱਬੀ ਗੁਣਾਂ ਨੂੰ ਗਾਉਂਦਾ ਹੈ, ਰੱਬੀ ਵਡਿਆਈ ਗਾਉਂਦਾ ਹੈ। ਨਦਰੀ ਸੱਚ ਸਮਾਵਣਿਆ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਮਿਹਰ ਦੀ ਨਿਗਾਹ ਸਦਕਾ ਸੱਚ ਦੇ ਵਿੱਚ ਜੀਵ ਸਮਾ ਜਾਂਦਾ ਹੈ। ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਣੇਰੀ। ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ। ਫਿਰ ਸਾਹਿਬ ਬੜਾ ਪਿਆਰਾ ਪੱਖ ਰੱਖਦੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਇਹਦਾ ਮਤਲਬ ਰੱਬ ਵਿਤਕਰਾ ਕਰ ਰਿਹਾ। ਜੇ ਤੇ ਅਸੀਂ ਸਿੱਧੇ ਤੌਰ ਤੇ ਅਰਥ ਕਰਾਂਗੇ ਫਿਰ ਤੇ ਇਹੀ ਬਣੇਗਾ ਨਾ ਵੀ ਰੱਬ ਵਿਤਕਰਾ ਕਰ ਰਿਹਾ, ਵੀ ਕਿਸੇ ਨੂੰ ਜ਼ਿਆਦਾ ਕਿਰਪਾ ਦੇ ਰਿਹਾ ਤੇ ਕਿਸੇ ਨੂੰ ਥੋੜੀ ਦੇ ਰਿਹਾ। ਨਹੀਂ, ਇਹਨੂੰ ਜਦੋਂ ਸਮਝਾਂਗੇ ਨਾ, ਇੱਕ ਜਮਾਤ ਦੇ ਵਿੱਚ ਜੇ 100 ਵਿਦਿਆਰਥੀ ਹੈ ਨਾ,
अध्यापक इक्को ही है, टीचर एक है। ये नहीं भी 100 विद्यार्थी ते 100 दे कोल 100 ही टीचर ने, नहीं, इक्को अध्यापक एक हुंदा, विद्यार्थी 100 अध्यापक एक। हुण अध्यापक जदों पढ़ाउंदा है, पढ़ाउणा की है, उहदी किरपा, किसे नाल फर्क करदा? जदों अध्यापक पढ़ाउंदा है, पढ़ाउण लग्गिआं वो ब्लैक बोर्ड के उत्ते जां वाइट बोर्ड के उत्ते जां ग्रीन बोर्ड के उत्ते चौक नाल लिखदा है जां किसी तरीके वो लिखदा है, चैप्टर उन्हें सारिਆਂ ਨੂੰ ਇੱਕੋ ही पढ़ाया। ये तो नहीं भी 100 ਦੇ ਵਿੱਚੋਂ 10 ਨੂੰ ਕਹਿੰਦਾ ਤੁਸੀਂ ਆਹ ਚੈप्टर पढ़ो, 10 ਨੂੰ ਕਹਿੰਦਾ भी ਤੁਸੀਂ ਵੱਖਰਾ पढ़ो, भी उन्हें 100 ਦੇ ਵਿੱਚੋਂ 10 चैप्टर 10-10 ਜਣਿਆਂ ਨੂੰ कराए, नहीं, चैप्टर वो ਇੱਕੋ ही पढ़ाਉਂਦਾ, लैसन ਇੱਕੋ ही पढ़ाਉਂਦਾ। ਉਹਦਾ ਲੈਸਨ ਪੜਾਉਣਾ ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ, ਜਿਹੜੀ ਉਹ ਰਹਿਮਤ ਦੀ ਵਰਖਾ ਕਰ ਰਿਹਾ। ਹੁਣ ਉਹਦਾ ਪਾਤਰ ਕੋਈ ਵਿਰਲਾ ਵਿਰਲਾ ਬਣਦਾ। 100 ਦੇ 100 ਨੇ ਚੈਪਟਰ ਪੜ੍ਹਿਆ, ਕਿਸੇ ਥੋੜੀ ਕਿਸੇ ਹੈ ਘਨੇਰੀ ਦਾ ਪੱਖ ਰੱਖਣ ਲੱਗਿਆ, ਉਹਨੇ ਕਿਰਪਾ ਵਰਤਾਈ, ਪਰ ਉਹਦੇ ਵਿੱਚੋਂ ਕਿਰਪਾ ਕੋਈ ਵਿਰਲਾ ਵਿਰਲਾ ਹਾਸਲ ਕਰਦਾ, ਕੋਈ ਥੋੜੀ ਹਾਸਲ ਕਰਦਾ, ਕੋਈ ਬਹੁਤੀ ਹਾਸਲ ਕਰਦਾ। ਕਿਵੇਂ? ਉਹਨੇ ਪੜ੍ਹਾਇਆ ਸਭਨਾਂ ਨੂੰ ਬਰਾਬਰ ਪੜ੍ਹਾਇਆ, ਇੱਕੋ ਜਿਹਾ ਪੜ੍ਹਾਇਆ, ਕਿਸੇ ਨੂੰ ਵੱਧ ਨਹੀਂ, ਕਿਸੇ ਨੂੰ ਘੱਟ ਨਹੀਂ, ਸਭਨਾਂ ਉੱਤੇ ਉਹਨੇ ਬਰਾਬਰ ਦਾ ਪੱਖ ਰੱਖਿਆ। ਉਹਦੇ ਵਿੱਚੋਂ ਹੁਣ 100 ਦੇ ਵਿੱਚੋਂ 2-3 ਵਿਦਿਆਰਥੀ ਐਸੇ ਨੇ ਜਿਨ੍ਹਾਂ ਨੇ ਉਸੇ ਤਰ੍ਹਾਂ ਹੀ ਘੋਟਾ ਲਾ ਲਿਆ ਜਿੱਦਾਂ ਅਧਿਆਪਕ ਨੇ ਪੜ੍ਹਾਇਆ ਸੀ। ਇੰਨੀ ਇੰਟੈਲੀਜੈਂਟ ਉਹ ਇੰਨੇ ਵੀ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਸਾਰਾ ਉਸੇ ਤਰ੍ਹਾਂ ਹੀ ਬਹਿ ਗਿਆ ਜਿੱਦਾਂ ਅਧਿਆਪਕ ਨੇ ਪੜ੍ਹਾਇਆ। ਵਿੱਚੋਂ 15-20 ਉਹ ਸੀ ਜਿਹੜੇ ਕਹਿੰਦੇ ਵੀ ਅੱਧਾ ਕਦੇ ਪੱਲੇ ਪੈ ਗਿਆ, ਪਰ ਅੱਧਾ ਕਰੇ ਖਾਲੀ ਹੈ, ਦੁਬਾਰਾ ਪੜਾਂਗੇ। ਫਿਰ ਵਿੱਚੋਂ 15-20 ਉਹ ਨੇ ਜਿਹੜੇ ਕਹਿੰਦੇ ਵੀ ਆਪਾਂ ਤੇ ਮੁੜ ਕੇ ਪੜਾਂਗੇ, ਅਜੇ ਆਪਣੇ ਪੱਲੇ ਸਿਰਫ 1-2% ਹੀ ਪਿਆ, ਬਾਕੀ ਅਜੇ ਦੁਬਾਰਾ। ਤੇ ਵਿੱਚੋਂ ਕੁਝ ਕੁ ਐਸੇ ਨੇ ਜਿਹੜੇ ਕਹਿੰਦੇ ਵੀ ਆਪਾਂ ਪੜ੍ਹ ਕੇ ਕੀ ਲੈਣਾ, ਛੱਡੋ ਪਰਾਂ, ਉਹ ਵੀ ਨੇ। ਇਦੋਂ ਬਾਅਦ ਚ ਕਿਰਪਾ ਦਾ ਕਰਮ ਚੱਲਦਾ। ਜਿਹੜੇ ਤੇ 2-3 ਵਿਦਿਆਰਥੀ ਸਨ ਜਿਹੜੇ ਕਹਿੰਦੇ ਵੀ ਲਓ ਅਧਿਆਪਕ ਜੀ ਤੁਸੀਂ ਜਿੱਦਾਂ ਪੜ੍ਹਾਇਆ ਸਾਨੂੰ ਉਦਾਂ ਡੱਟੋ ਚੇਤੇ ਹੈ, ਫਿਰ ਉਹ ਕੀ ਬਣਦੇ? ਅਧਿਆਪਕ ਦੀ ਪ੍ਰਸੰਨਤਾ ਦੇ ਪਾਤਰ। ਉਹ ਟੀਚਰ ਉਹਨਾਂ ਤੇ ਕਿੱਡਾ ਪ੍ਰਸੰਨ ਹੁੰਦਾ, ਕਿੱਡਾ ਖੁਸ਼ ਹੁੰਦਾ ਵੀ ਤੁਸੀਂ ਮੇਰਾ ਪੜ੍ਹਾਇਆ ਚੇਤੇ ਕੀਤਾ। ਫਿਰ ਜਿਹੜੇ ਥੋੜੇ ਜੇ ਕਹਿੰਦੇ ਸੀ ਵੀ ਸਾਨੂੰ ਅੱਧਾ ਕ ਬਣ ਗਿਆ, ਅੱਧਾ ਕ ਨਹੀਂ, ਉਹਨਾਂ ਦੇ ਉੱਤੇ ਪ੍ਰਸੰਨ ਤੇ ਹੈ, ਪਰ ਉਹਨਾਂ ਤੇ ਉਹਨਾਂ ਕੀ ਪ੍ਰਸੰਨ ਹੈ ਜਿੰਨਾ ਕੁ ਉਹਨੇ ਚੇਤੇ ਕੀਤਾ। ਵੀ ਅੱਧਾ ਅਜੇ ਚੇਤੇ ਹੈ ਤੇ ਮੁੜ ਕੇ ਕਹਿੰਦਾ ਵੀ ਦੁਬਾਰਾ ਚੇਤੇ ਕਰੋ ਭਾਈ। ਤੇ ਜਿਹੜੇ ਹੈਣ ਬਿਲਕੁਲ ਖਾਲੀ, ਜਿੰਨਾ ਪੜ੍ਹਿਆ ਹੀ ਕੁਛ ਨਹੀਂ, ਚੇਤੇ ਹੀ ਕੁਛ ਨਹੀਂ ਕੀਤਾ, ਉਹਨਾਂ ਨੂੰ ਤੇ ਇੱਥੋਂ ਤੱਕ ਵੀ ਕਹਿ ਦਿੰਦਾ ਵੀ ਤੁਸੀਂ ਇੱਥੇ ਲੈਣ ਹੀ ਕੀ ਆਏ ਹੋ ਜਦੋਂ ਪੜ੍ਹਨਾ ਹੀ ਨਹੀਂ। ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਦੋਂ ਵਿਦਿਆਰਥੀ ਨਾ ਪੜ੍ਹੇ ਤੇ ਅਧਿਆਪਕ ਜ਼ੁਬਾਨ ਤੋਂ ਕੀ ਕਹਿੰਦਾ ਵੀ ਜੇ ਤੁਸੀਂ ਪੜ੍ਹਨਾ ਹੀ ਨਹੀਂ ਤੇ ਫਿਰ ਐਵੇਂ ਫੀਸ ਖਰਾਬ ਕਿਉਂ ਕਰਨੀ, ਜੇ ਤੁਸੀਂ ਪੜ੍ਹਨਾ ਹੀ ਨਹੀਂ ਐਵੇਂ ਸਮਾਂ ਖਰਾਬ ਕਿਉਂ ਕਰਨਾ, ਆਪਦਾ ਕੋਈ ਕੰਮਕਾਰ ਕਰੋ, ਇੱਥੇ ਆ ਕੇ ਸਮਾਂ ਬਰਬਾਦ ਨਾ ਕਰਿਆ ਕਰੋ। ਕਿਸੇ ਥੋੜੀ ਕਿਸੇ ਹੈ ਘਨੇਰੀ, मतलब इउं कह लीए असीं भी इंसान आ ते उस परमेश्वर रूप गुरु रूप अध्यापक दे कोले असीं पढ़न वास्ते बैठे आ, जिहड़ा ते गुरु उपदेश नूं उसे तरह जिद्दां गुरु देंदे ने अपने मन विच वसा लैंदा है, वो ते बन जांदा है खुशी दा पात्र। ते जिहड़ा गुरु उपदेश तो हो जाए खाली ते सखना, फिर गुरु ओनू भी कह दिंदे ने तू करन की आया सी ते करी की जाना है। जे करना ही कुछ नहीं फिर मनुखा तेरा आया ते ना आया एक बराबर ही है। मालक जी की बाणी पढ़ो। सतगुरु जी कहंदे प्राणी तू आया लाहा लैन, आया ते पढ़न सी ना, लगा कित को फकड़े। जिवें अध्यापक कहंदा भी फीस ना खराब करो, छड्डो परां, जे पढ़ना ही नहीं समा बर्बाद ना करो। साडा अध्यापक भी कहंदा अपने सवास खराब ना करो, इन्हां नूं लाहे विच लै आओ। जे तुसीं सवास लैके आए हो, सवासा रूपी फीस लैके आए हो, इन्हां नूं भरदे भी हो ते इस फीस दा लाभ भी खट्टो, कुछ अपने जीवन अंदर पढ़ भी लो। पर असीं हीरे जैसा जन्म है कौडी बदले जाए, असीं ते बर्बाद करना है ना, अजाई खराब करी जाने। असीं ते
ना असीं लाहा खट सके, ना कुछ प्राप्त कर सके, समा भी बर्बाद कर लिया, सवास भी बर्बाद कर ले, पैसे भी बर्बाद किए, समा भी बर्बाद किया, पढ़िया कुछ नहीं, बनिया कुछ नहीं। इसे तरह गुरु उपदेश हिरदे च वसाया नहीं, रब नूं चेते नहीं किया, समा भी गया, देही भी गई, सवास भी गए, कुछ नहीं मिलिया। बापू जी कहते हुण जेड़ा ते कुछ हासिल करेगा वो किरपा दा पात्र बन जांदा है, ते जेड़ा नहीं वो किसे थोड़ी किसे है कनेरी। जेड़ा ते घनी किरपा दा पात्र बनिया मतलब उन्हें गुरु उपदेश अपने हिरदे विच वसाया है, ते जिन्ने गुरु उपदेश हिरदे च वसाया वो फिर परमेश्वर दी किरपा दा पात्र बनदा। जिन्हों गुरु नानक साहब कहंदे करमी आपो अपनी के नेड़ै के दूर, अपने अपने कर्मां दे आधार उत्ते नेड़ता ते दूरी बनती है। जिहदे कर्म चंगे वो नेड़े ते जिहदे कर्म मंदे वो दूर। हुण ये नहीं भी अकाल पुरख परमेश्वर ने आप नेड़े ते दूर कीता, नहीं, साडे कर्मां ने सानू नेड़े ते दूर कीता। जे चंगे ने ते नेड़े, जे नहीं चंगे ते दूरी बन जाएगी। फिर कहंदे तुझ ते बाहर किछ ना होवे, पर रब जी ये भी है भावें जिस तरह मर्जी है पर तेरे तो बाहर कुछ नहीं है। गुरमुख सोझी पावने, गुरु वाला इस चीज़ की सोझी पाउंदा है, इस चीज़ की जिहड़ा ज्ञान है वो हासिल करदा है। जिवें पक्ष जिहड़ा रखिया सी भी जमात विच बैठे विद्यार्थी ये सोचते भी साडे अल किहड़ा अध्यापक वेखदा या साडे कर्मां बारे किहड़ा अध्यापक नूं पता लग रहा, पर जिहड़ा जानदा ना अध्यापक दी नेड़ता दा जिहड़ा पात्र बनिया वो जानदा है, ते वो ये भी गल जानदा भी अध्यापक कुछ बोल के आख नहीं रहे, पर ये नहीं भी अध्यापक जानते नहीं, पता उन्होंने सारा कुछ ही। इस तरह रब साडे बारे बोल के नहीं दसदा, पर यह नहीं भी असीं हुण ये सोची जाइए भी रब जानदा कुछ नहीं, जानदा वो सारा कुछ है। कोई भी कर्म ऐसा नहीं जिहड़ा उहदियां अखां तो परोखे होवे, बस वो कुछ बोल के सानू दसदा नहीं। साडे कर्मां वल उहदा ध्यान भी है, साडे कर्मां नूं वेख भी रहा, साडे कर्मां नूं वेखदियां होइआं वो साडे तो नेड़ता और दूरी उस तरह साडी बनती जाती। ते मालिक जी कहंदे वो अकाल पुरख परमेश्वर जिहड़ा ना जिन्हां दे उत्ते रहमत करदा है, गुरु वाले जिहड़े बन जाते हैं वो सोझी हासिल कर लेंदे, ज्ञान हासिल कर लेंदे, ते ज्ञान ये मिलदा है कि रब जीओ तुहाडियां अखां तो परे हो के इंसान कोई भी कर्म कर नहीं सकदा। सारा कुछ तुहाडे नज़रिए हेठां है, सब कुछ तुहाडी नज़र हेठां है, कुछ भी तुहाडे तो परोखे नहीं, कुछ भी तुहाडे तो परे नहीं है। गुरमुख तत् है बिचारा, अमृत परे तेरे भंडारा। बिन सतगुर सेवै कोई ना पावै, गुर किरपा ते पावणिया। गुरमुख तत् है विचारा, गुरु वाले ने ना तत् दी विचार की, ते उन्होंने विचार करदियां पता की लगा अमृत भरे तेरे भंडारा। रब जी तेरे खजाने भरे पे अमृत नाल, पर मिलता किसे किसे नूं है, हर बंदा नहीं आउंदा, हर बंदे नूं नहीं मिलता। तेरे कोल खजाने बहुत ने, तेरे भंडारे बड़े वड्डे भरे होए, पर इन्हां भंडारियां नूं हर कोई हासिल नहीं करता। इनूं होर सौखे तरीके नाल समझिए, जिवें सामान वाली दुकान होवे या इउं कह लो भी राशन वाली दुकान होवे, ते उत्थे राशन लैण वालियां दी भीड़ लगी रहिंदी। जिन्ने उत्थे खड़े ने राशन लैण वास्ते उन्हां सारियां दे मन च एक बात है कि अहीं राशन लैके जाना। उत्थों लंघण वाले भी वेखदे ने भी ये राशन दी दुकान, इत्थों असीं राशन लैणा है। मिलदा किनूं है?
ਜਿਹੜਾ ਦੁਕਾਨ ਤੇ ਜਾ ਕੇ ਆਪਣੇ ਹੱਥੀਂ ਪੈਸੇ ਦਿੰਦਾ ਹੈ, ਪੈਸੇ ਫੜਾਉਂਦਾ ਹੈ, ਰਾਸ਼ਨ ਉਹਨੂੰ ਮਿਲਦਾ ਹੈ, ਦੂਜੇ ਨੂੰ ਨਹੀਂ। ਜਾਂ ਜਿਹੜਾ ਇਕਰਾਰ ਕਰਦਾ ਹੈ ਵੀ ਮੈਂ ਤੈਨੂੰ 1 ਦਿਨ 2 ਦਿਨਾਂ ਵਿੱਚ ਧਨ ਦੇ ਦਾਂਗਾ, ਤੂੰ ਇੱਦਾਂ ਕਰ ਮੈਨੂੰ ਸਮਾਨ ਦੇ ਦੇ। ਉਹ ਅਗਲਾ ਪਹਿਲੋਂ ਜਾਣ ਪਛਾਣ ਵੇਖਦਾ ਹੈ ਕਿ ਨਹੀਂ, ਪਹਿਲੋਂ ਇਹ ਵੇਖਦਾ ਵੀ ਮੋੜੇਗਾ ਵੀ ਕਿ ਨਹੀਂ ਮੋੜੇਗਾ, ਫਿਰ ਉਹ ਇਸ ਆਧਾਰ ਉੱਤੇ ਆਪਣੇ ਕੋਲੋਂ ਰਾਸ਼ਨ ਦੇ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਜਨ ਉਹ ਨੇ ਜਿਨ੍ਹਾਂ ਕੋਲ ਧਨ ਬਹੁਤ ਹੈ। ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਬਚਨ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ, ਮਾਲਕ ਜੀ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਕਰੇ ਰਸਨਾ। ਹੁਣ ਇਹ ਨਿਤਾ ਪ੍ਰਤੀ ਹਰ ਹਰ ਨਿਤ ਕਰਹਿ ਜਿਉ ਲਾਹਾ ਖੱਟਿਓ ਦਿਹਾੜੀ, ਦਿਹਾੜੀ ਦਾ ਲਾਹਾ ਲਾਭ। ਇਹ ਧਨ ਤਿੰਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਜਿਹੜਾ ਤੇ ਮਨ ਰੂਪੀ ਵਣਜਾਰਾ ਹਰੀ ਰਾਸ਼ੀ ਨੂੰ ਪੂੰਜੀ ਨੂੰ ਹਾਸਲ ਕਰ ਲੈਂਦਾ, ਉਹ ਤੇ ਲਾਹਾ ਖੱਟ ਲੈਂਦਾ, ਉਹਨੂੰ ਤੇ ਲਾਭ ਮਿਲ ਜਾਂਦਾ ਹੈ। ਤੇ ਜਿਹਦੇ ਕੋਲ ਪੂੰਜੀ ਨਾ ਹੋਵੇ, ਜਿਹਦੇ ਕੋਲ ਪੂੰਜੀ ਹੋਵੇ ਹੀ ਨਾ, ਉਹ ਕੀ ਲਾਹਾ ਖੱਟੇਗਾ ਤੇ ਉਹਨੂੰ ਮਿਲੇਗਾ ਕੀ? ਸਤਿਗੁਰੂ ਜੀ ਕਹਿੰਦੇ ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਰੱਬ ਜੀ ਖਜ਼ਾਨੇ ਬੜੇ ਵੱਡੇ ਵੱਡੇ ਭਰੇ ਹੋਏ ਨੇ ਅੰਮ੍ਰਿਤ ਦੇ, ਪਰ ਇਹਨਾਂ ਖਜ਼ਾਨਿਆਂ ਵਿੱਚੋਂ, ਇੱਥੇ ਹੁਣ ਖਜ਼ਾਨੇ ਤੋਂ ਭਾਵ ਅਸੀਂ ਜੇ ਸਮਝੀਏ ਤੇ ਇਹਨੂੰ ਕਹਿ ਲਈਏ ਦੁਕਾਨ, ਇਸ ਦੁਕਾਨ ਦੇ ਵਿੱਚ ਰਾਸ਼ਨ ਬਹੁਤ ਭਰਿਆ ਹੋਇਆ ਹੈ, ਬਹੁਤ ਜ਼ਿਆਦਾ ਭਰਿਆ ਹੋਇਆ, ਨੱਕੋ ਨੱਕ ਭਰਿਆ ਹੋਇਆ ਹੈ, ਪਰ ਇਹਦੇ ਵਿੱਚੋਂ ਨਾ ਰਾਸ਼ਨ ਲੈ ਕੇ ਉਹ ਜਾਂਦਾ ਹੈ ਜਿਹੜਾ ਗੁਰੂ ਨੂੰ ਸੇਵਦਾ ਹੈ। ਇੱਥੇ ਅੱਗੇ ਪੰਕਤੀ 'ਚ ਕੀ ਕਿਹਾ? ਬਿਨ ਸਤਿਗੁਰ ਸੇਵੇ, ਗੁਰੂ ਨੂੰ ਸੇਵੇ ਤੋਂ ਬਿਨਾ ਕੋਈ ਨਾ ਪਾਵੇ, ਕਿਸੇ ਨੂੰ ਨਹੀਂ ਮਿਲਦਾ। ਤੇ ਮਿਲਦਾ ਕਿਵੇਂ? ਗੁਰ ਕਿਰਪਾ ਤੇ ਪਾਵਣਿਆ, ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਉਹ ਹਾਸਲ ਕਰ ਲੈਂਦਾ। ਮਤਲਬ ਇਉਂ ਕਹਿ ਲਈਏ ਕਿ ਸਾਡੇ ਕੋਲ ਗੁਰੂ ਰੂਪੀ ਪੂੰਜੀ ਦਾ ਹੋਣਾ ਲਾਜ਼ਮੀ ਹੈ, ਗੁਰੂ ਦੀ ਬਖਸ਼ਿਸ਼ ਰੂਪ ਪੂੰਜੀ ਦਾ ਹੋਣਾ ਜ਼ਰੂਰੀ ਹੈ। ਤੇ ਜੇ ਸਾਡੇ ਕੋਲ ਗੁਰੂ ਕੀ ਬਖਸ਼ਿਸ਼ ਰੂਪ ਪੂੰਜੀ ਨਹੀਂ, ਭੰਡਾਰਾ ਭਰਿਆ ਰਹੇ, ਦੁਕਾਨ ਭਰੀ ਦਾ ਲਾਭ ਸਾਨੂੰ ਥੋੜੀ ਹੈ, ਸਾਨੂੰ ਤੇ ਲਾਭ ਉਹਦਾ ਹੈ ਜੋ ਅਸੀਂ ਲੈ ਕੇ ਆਉਣਾ। ਦੁਕਾਨ ਵਿੱਚੋਂ ਫਾਇਦਾ ਤੇ ਤਾਂ ਨਾ ਵੀ ਜੇ ਅਸੀਂ ਜਾ ਕੇ ਉਹਦੇ ਕੋਲੋਂ ਸਾਮਾਨ ਲੈ ਕੇ ਆਵਾਂਗੇ ਤਾਂ ਹੀ ਲਿਆਵਾਂਗੇ, ਲਿਆ ਕੇ ਫਿਰ ਉਹਨੂੰ ਬਣਾਵਾਂਗੇ, ਬਣਾ ਕੇ ਫਿਰ ਉਹਨੂੰ ਆਪਣੇ ਪੇਟ ਦੀ ਪੂਰਤੀ ਕਰਾਂਗੇ, ਫਿਰ ਪੇਟ ਨੂੰ ਧਰਵਾਸ ਆਏਗਾ, ਪੇਟ ਨੂੰ ਸਬਰ ਆਏਗਾ। ਤੇ ਅਸੀਂ ਦੁਕਾਨ ਤੋਂ ਵੇਖ ਕੇ ਹੀ ਮੋੜ ਆਈਏ, ਬੜਾ ਰਾਸ਼ਨ ਪਿਆ, ਖਰੀਦ ਕੇ ਲਿਆਈਏ ਹੀ ਨਾ, ਆਟਾ ਘਰੇ ਲਿਆਈਏ ਹੀ ਨਾ, ਤੇ ਆ ਕੇ ਆਖੀਏ ਵੀ ਮੈਂ ਰਾਸ਼ਨ ਬੜਾ ਵੇਖ ਕੇ ਆਇਆ ਅੱਜ। ਉਹ ਲੈ ਕੇ ਕੀ ਆਇਆ? ਲਿਆਂਦਾ ਕੀ? ਲੈ ਕੇ ਕੁਛ ਵੀ ਨਹੀਂ, ਘਰੇ ਆਟਾ ਵੀ ਹੈ ਨਹੀਂ। ਹੁਣ ਜਿੰਨਾ ਚਿਰ ਆਟਾ ਹੋਵੇ ਨਾ ਉਹਨਾਂ ਚਿਰ ਪ੍ਰਸ਼ਾਦਾ ਕਿੱਥੋਂ ਬਣੇਗਾ? ਪਹਿਲੋਂ ਲਿਆਵਾਂਗੇ, ਫਿਰ ਲਿਆ ਕੇ ਉਹਨੂੰ ਗੁੰਨਾਂਗੇ, ਫਿਰ ਉਦੋਂ ਬਾਅਦ 'ਚ ਉਹਨੂੰ ਸੇਕਾਂਗੇ, ਰੋਟੀਆਂ ਬਣਾ ਕੇ ਪ੍ਰਸ਼ਾਦੇ ਬਣਾ ਕੇ ਸੇਕਾਂਗੇ, ਫਿਰ ਕਿਤੇ ਜਾ ਕੇ ਪੇਟ ਦੀ ਪੂਰਤੀ ਹੋਣੀ। ਕੱਲਾ ਦੁਕਾਨ ਤੇ ਵੇਖ ਕੇ ਤਾਂ ਨਹੀਂ ਰੱਜ ਜਾਂਦੇ ਅਸੀਂ ਵੀ ਮੈਂ ਆਟੇ ਦੀਆਂ ਥੈਲੀਆਂ ਵੇਖ ਆਇਆ, ਬੜੀਆਂ ਪਈਆਂ ਉੱਥੇ ਤੇ ਮੈਂ ਰੱਜ ਗਿਆ। ਇੱਦਾਂ ਹੋਇਆ ਕਦੇ? ਜਿੰਨਾ ਚਿਰ ਅਸੀਂ ਉਹਨੂੰ ਚੱਖਦੇ ਨਹੀਂ, ਖਾਂਦੇ ਨਹੀਂ, ਛਕਦੇ ਨਹੀਂ, ਉਹਨਾਂ ਚਿਰ ਰੱਜ ਸਕਦੇ ਆ? ਨਹੀਂ। ਤੇ ਜਿੰਨਾ ਚਿਰ ਅਸੀਂ ਗੁਰੂ ਦਰ ਤੇ ਆ ਕੇ ਇਹੀ ਵੇਖੀ ਜਾਂਦੇ ਹਾਂ ਭੰਡਾਰੇ ਭਰੇ ਪਏ, ਖਜ਼ਾਨੇ ਭਰੇ, ਖਜ਼ਾਨੇ ਭਰਿਆਂ ਦਾ ਤੂੰ ਕੀ ਲਾਭ ਲਿਆ ਹੈ? ਗੱਲ ਤੇ ਇੱਥੇ ਹੈ, ਤੂੰ ਕਿੰਨਾ ਲਾਭ ਖੱਟਿਆ? ਦੁਕਾਨ ਤੇ ਭਾਵੇਂ 100 ਥੈਲੀ ਪਈ ਹੋਵੇ, ਤੂੰ 100 ਥੈਲੀ ਤੋਂ ਕੀ ਕਰਨਾ? ਤੂੰ ਲਿਜਾਣੀ ਤੇ ਇੱਕ ਹੀ ਹੈ ਨਾ, ਤੇਰੀ ਤੇ ਉਹ ਗਿਣੀ ਜਾਣੀ ਹੈ, ਜਾਂ ਤੇਰੇ ਕੋਲ ਤੇ ਉਹ ਪ੍ਰਾਪਤੀ ਗਿਣੀ ਜਾਣੀ, ਤੂੰ ਜਿੰਨੀਆਂ ਲੈ ਜਾਏਗਾ। ਸੱਜਣਾ, ਜੇ ਇੱਕ ਲੈ ਕੇ ਜਾਏਗਾ ਤੇ ਇੱਕੋ ਦਾ ਰਸ ਮਾਣੇਗਾ, ਜੇ 2 ਲੈ ਜਾਏਗਾ ਤੇ ਦੋਵਾਂ ਦਾ ਮਾਣੇਗਾ, ਜੇ 10 ਲੈ ਜਾਏਗਾ ਤੇ 10 ਦਾ ਰਸ ਮਾਣੇਗਾ, ਤੇ ਜੇ ਇੱਕ ਵੀ ਨਾ ਲੈ ਕੇ ਗਿਆ, ਵੇਖਿਆ ਕਦੇ ਰਸ ਬਣਿਆ
नहीं करते। इसे तरह साडे हालात ने, असी गुरु ते दर उत्ते आके जानते हाँ साडे गुरु कोल खजाने भरे पए, नाम दे खजाने भरे पए, मालक कोल बख्शिशां दे खजाने भरे गए पर भरे पए ने। पर अफसोस इस गल दा असी वेख के मुड़न वालियां दी गिणती च असी इत्थों चखण वालियां दी गिणती विच नहीं आए। ते बापू जी की कहिंदे, आसन लोए लोए भंडार, जो किछ पाया सो एका वार, कर कर वेखै सिरजनहार, नानक सच्चे की साची कार। ते इस लई भाई आदेश तिसै आदेश, आद अनील अनाद अनाहत, जुग जुग एको वेश। उस परमेश्वर अगे नमस्कार करया कर जेड़ा इस खजाने दा मालक है, जेड़ा त्रुठ के तेरी झोली विच दात पावे ते तू ओदे कोलों इस खजाने दे विचों भावें किनका मात्र लैके जावें, पर वो किणका मात्र तेरे हिरदे नूं त्रवास देगा, किणका मात्र तेरे हिरदे नूं धीरज देगा। हो सकता है जिमें आपां संसारक तौर ते वेखदे हां, आर्थिक हालात कई बार ऐसे हो जाते भी इंसान, सिर्फ एक उदाहरण वजों, भी इंसान आटे की थैली भी खरीद नहीं सकता, फिर वो की करदा, किलो 2 किलो लै आउंदा पेट की पूर्ति वास्ते, लिया के बना लिया, पेट नूं धीरज मिल गया। पर अगांह वास्ते तैयारी करदा है भी अज जे किलो 2 किलो लिया, हुण ये थोड़ी भी किलो 2 किलो सारी जिंदगी चलेगा, भी अगांह फिर प्रबंध करदा भी मैं 10 किलो लै आवां, 20 किलो लै आवां, वो प्रबंध कीता। इस तरह शुरुआत भावें असीं थोड़ी करिए पर करिए जरूर, आरंभता थोड़ी करिए पर करिए जरूर, मन नूं तैयार ते करिए भी मना तैयार हो, तैयारी कर, किणका मात्र ही लै, धीरज ते आवे, पेट ते भरे, सबर ते आवे, हौली हौली इकट्ठा भी हो जाएगा, हौली हौली चंगा संबंध, चंगा जिहड़ा है प्रबंध भी हो जाएगा। जिथे चंगा प्रबंध हो जाएगा मना, उत्थे तैनूं धीरज भी बन जाएगा, सबर भी बन आएगा। बस पर आरंभता जरूर करिए उस खजाने विचों किणका मात्र। बापू जी तो इत्थों तक कहते, किणका एक जिस जी बसावै ताकि महिमा गनी ना आवे। कुछ ते हासिल करिए। गुरु साहब जी अज आखदे, हे अकाल पुरख जीओ, बिन सतगुर सेवे कोई ना पावै। जिहड़े तुहाडे भरे हुए खजाने ने वो गुरु नूं सेवन तो बिना किसी नूं मिलदे नहीं। गुर किरपा ते पावणिया, ते जिहड़ा जीव गुरु की किरपा का पात्र बन जाता है वह इन्हां खजानिਆਂ दे विचों फिर दातां हासिल करता है। सतगुरु जी किरपा करन, मालक पातशाह सबनां दे सिरां उत्ते साडे अपना मेहर भरिया हथ रखण, ते गुरु दे कोलों असीं हर वक्त उहदी किरपा, उहदी बख्शिश मंगदे रहा करिए कि मालक किरपा करके साडियां झोलियां विच भी अपने नाम रूपी खजानिਆਂ दी दात पाउण। असीं भी उहदे नाम रूपी खजाने विचों रस चखदियां होइआं अपने जीवनां अंदर स्थिरता ते तरवास हासिल कर लईए। मालक अगे अरदास करदे रहा करिए, विसरना ही दातार, विसरना ही दातार। विसरना ही दातार, विसरना ही दातार। अपना नाम देहो, अपना नाम देहो। गुण गावां दिन रात, गुण गावां दिन रात। नानक चाओ एहो, नानक चाओ एहो। विसरना ही दातार, विसरना ही दातार।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੈ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।